ਬਹੁਤ ਮਿਹਰਬਾਨੀ ਜੀ ਸਾਰਿਆਂ ਦੀ। ਸਤਿ ਸ਼੍ਰੀ ਅਕਾਲ ਜੀ। ਰਸਮੀ ਤੌਰ 'ਤੇ ਜੋ ਸਿੱਖੀ ਸਰੂਪ ਵਾਲੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ। ਮੈਨੂੰ ਤਕਰੀਬਨ ਹਫ਼ਤਾ 10 ਦਿਨ ਪਹਿਲਾਂ ਜੁਗਰਾਜ ਸਿੰਘ ਦਾ ਫੋਨ ਆਇਆ, ਕਹਿੰਦੇ ਜੀ ਕਿ ਸਿੱਖ ਜਿਹੜੇ ਵਿਦਿਆਰਥੀਆਂ ਨੂੰ ਜਾਂ ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਕਿ ਸਰਦਾਰ ਅਜਮੇਰ ਸਿੰਘ ਜੀ ਦੀ ਸ਼ਖਸੀਅਤ ਸਰੀਰਕ ਰੂਪ 'ਚ ਕਿਹੋ ਜਿਹੀ ਹੈ, ਮੈਂ ਤੁਹਾਨੂੰ ਦੱਸ ਦਿਆਂ ਕਿ ਉਹ ਸਰੀਰਕ ਰੂਪ ਸਾਡੇ ਦਰਮਿਆਨ ਇੱਥੇ ਸਟੇਜ 'ਤੇ ਪਹੁੰਚ ਚੁੱਕੇ ਆ ਜੀ। ਮੇਰੀ ਬੇਨਤੀ ਕਿ ਇਹਨਾਂ ਦਾ ਸਵਾਗਤ ਕਰਨ ਲਈ ਹਾਂ। ਕਿਉਂਕਿ ਜਿਹੜੇ ਵਡੇਰੇ ਹੁੰਦੇ ਨੇ ਉਹ ਆਪਦੇ ਨਾਲ ਸਿਆਣਪਾਂ, ਗਿਆਨ, ਇਤਿਹਾਸ, ਪਤਾ ਨਹੀਂ ਕਿੰਨਾ ਕੁਛ ਲੈ ਕੇ ਚੱਲਦੇ ਨੇ, ਅਤੇ ਇਹਨਾਂ ਦੇ ਸਿਰ 'ਤੇ, ਇਹਨਾਂ ਦੇ ਮੋਢਿਆਂ 'ਤੇ, ਇਹਨਾਂ ਦੀਆਂ ਜੇਬਾਂ 'ਚ, ਇਹਨਾਂ ਦੇ ਦਿਮਾਗ 'ਚ, ਇਹਨਾਂ ਦੀ ਕਲਮ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਜਿਹੜਾ ਸਿੱਖ ਇਤਿਹਾਸ ਨਾਲ ਅਤੇ ਸਿੱਖ ਸਿਧਾਂਤ ਨਾਲ ਸੰਬੰਧਿਤ ਗਿਆਨ ਹੈ। ਅਤੇ ਇਹਨਾਂ ਨੂੰ ਸੁਣਨਾ, ਹਾਲਾਂਕਿ ਅਸੀਂ ਰਸਮੀ ਤੌਰ 'ਤੇ ਜਿਹੜੇ ਯੂਨੀਵਰਸਿਟੀਆਂ 'ਚ ਪੜ੍ਹਾਉਣੇ ਆ, ਅਸੀਂ ਆਪਦੇ ਆਪ ਨੂੰ ਪ੍ਰੋਫੈਸਰ ਰਖਵਾਉਣੇ ਆ। ਅਸਲ 'ਚ ਜਿਹੜਾ ਇਹ ਪ੍ਰੋਫੈਸਰ ਸ਼ਬਦ ਆ, ਇਹ ਵੀ ਇੱਕ ਧਾਰਮਿਕ ਸ਼ਬਦ ਆ, ਕ੍ਰਿਸਚੈਨਿਟੀ 'ਚੋਂ ਆਇਆ ਹੋਇਆ। ਅਸਲ 'ਚ ਪ੍ਰੋਫੈਸਰ ਉਹ ਹੁੰਦਾ ਜਿਹੜਾ ਕਿਸੇ ਰਿਲੀਜੀਅਸ ਥਾਟ ਨੂੰ ਅੱਗੇ ਪ੍ਰੀਚ ਕਰਦਾ। ਮੇਰੇ ਖਿਆਲ ਨਾਲ ਇਹ ਲੋਕਾਂ ਦੁਆਰਾ ਮਾਨਤਾ ਪ੍ਰਾਪਤ ਪ੍ਰੋਫੈਸਰ ਹੀ ਨੇ ਸਿੱਖ ਇਤਿਹਾਸ ਦੇ, ਸਿੱਖ ਸਿਧਾਂਤ ਦੇ। ਅਤੇ ਕੀ ਹੁਣ ਮੈਂ ਪ੍ਰਬੰਧਕਾਂ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਵੀ ਮੈਂ ਹੀ ਕਾਰਜਸ਼ੀਲ ਰਹਾਂ ਕਿ ਠੀਕ ਜੀ? ਠੀਕ ਜੀ। ਜਿਹੜੇ ਮੈਨੂੰ ਸਿੱਧਾ ਰੂਬਰੂ ਸੁਣ ਰਹੇ ਨੇ ਜੀ, ਵਿਦਿਆਰਥੀ, ਖੋਜਾਰਥੀ ਜਾਂ ਵੈਸੇ ਪਤਵੰਤੇ, ਅਤੇ ਜਿਹੜੇ ਅੱਗੇ ਵੀਡੀਓ ਦੇ ਮਾਧਿਅਮ ਨਾਲ ਮੈਨੂੰ ਲਾਈਵ ਸੁਣਨਗੇ ਜਾਂ ਭਵਿੱਖ ਵਿੱਚ ਸੁਣਨਗੇ, ਉਹਨਾਂ ਸਾਰਿਆਂ ਨਾਲ ਰਸਮੀ ਤੌਰ 'ਤੇ ਮੈਂ ਆਪਦੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਇੱਕ ਚੀਜ਼ ਦੱਸ ਦਿਆਂ ਜੀ ਕਿ ਜਿਹੜੇ ਇਸ ਰਸਮ ਦੇ, ਅੱਜ ਦੇ ਪ੍ਰੋਗਰਾਮ ਦੇ ਜਿਹੜੇ ਬੁਲਾਰੇ ਨੇ, ਵਕਤਾ ਨੇ, ਉਹ ਸਰਦਾਰ ਅਜਮੇਰ ਸਿੰਘ ਜੀ ਨੇ। ਮੈਂ ਇੱਕ ਵਿਦਿਆਰਥੀ, ਇੱਕ ਖੋਜੀ ਦੀ ਸਮਝ ਲੈ ਕੇ ਹੀ ਇੱਥੇ ਆਇਆ। ਮੈਂ ਜਿਹੜੇ ਤੁਹਾਡੇ ਨਾਲ ਵਿਚਾਰ ਰੱਖਣੇ ਨੇ ਉਹ ਕੋਈ ਗੂੜ੍ਹ ਵਿਚਾਰ ਨਹੀਂ, ਕਿਉਂਕਿ ਗੂੜ੍ਹ ਅਜੇ ਮੈਨੂੰ ਲੱਗਦਾ ਮਿਲਿਆ ਹੀ ਨਹੀਂ। ਮੈਂ ਤਾਂ ਜੋ ਸੋਚਦਾ, ਜੋ ਮੈਂ ਤੁਹਾਡੇ ਨਾਲ ਵਿਸ਼ਾ ਸਾਂਝਾ ਕਰਨਾ ਹੋਊਗਾ, ਜੋ ਮੇਰੇ ਵਿਚਾਰ ਉਸ ਵਿਸ਼ੇ ਨਾਲ ਸੰਬੰਧਿਤ ਨੇ, ਮੈਂ ਉਹ ਵਿਚਾਰ ਤੁਹਾਡੇ ਨਾਲ ਰੱਖ ਰਿਹਾ। ਮੇਰੇ ਉਹ ਵਿਚਾਰਾਂ ਨਾਲ ਤੁਹਾਨੂੰ ਪੂਰਾ ਹੱਕ ਆ ਸਹਿਮਤ ਹੋਣ ਦਾ, ਓਨਾ ਹੀ ਬਰਾਬਰ ਦਾ ਹੱਕ ਆ ਨਾ ਸਹਿਮਤ ਹੋਣ ਦਾ। ਮੇਰੇ ਵਿਚਾਰ ਤੁਹਾਡੇ ਲਈ ਸਹੀ ਹੋ ਸਕਦੇ ਆ, ਮੇਰੇ ਵਿਚਾਰ ਤੁਹਾਡੇ ਲਈ ਗਲਤ ਹੋ ਸਕਦੇ ਆ। ਅਕਸਰ ਜਦੋਂ ਅਸੀਂ ਜਾਂਦੇ ਹਾਂ ਤਾਂ ਚੀਜ਼ਾਂ ਨਾ ਕੁਛ ਇੱਕ ਥੀਮ, ਸਬ ਥੀਮ ਲਿਖ ਕੇ ਲੈ ਕੇ ਜਾਂਦੇ ਹਾਂ। ਮੈਂ ਅੱਜ ਵੀ ਲਿਖ ਕੇ ਲੈ ਕੇ ਆਇਆ, ਪਰ ਅੱਜ ਮੈਂ ਕੱਚੀ ਪੈਨਸਲ ਨਾਲ ਲਿਖ ਕੇ ਲੈ ਕੇ ਆਇਆ। ਤੁਸੀਂ ਵੇਖਣਾ ਹੋਏ ਤਾਂ ਮੇਰੇ ਤੋਂ ਵੇਖ ਸਕਦੇ ਹੋ। ਕੱਚੀ ਪੈਨਸਲ ਨਾਲ ਲਿਖ ਕੇ ਲੈ ਕੇ ਆਇਆ। ਨਾਲ ਮੈਂ ਜਿਹੜੀ ਪੈਨਸਲ ਹੈ ਨਾ, ਉਹ ਜੇਬ ਵਿੱਚ ਪਾ ਕੇ ਲੈ ਕੇ ਆਇਆ ਕਿ ਜੇ ਮੈਨੂੰ ਸਗੋਂ ਤੁਹਾਡੇ ਕੋਲੋਂ ਆਪਦਾ ਵਿਚਾਰ ਕੋਈ ਬਦਲਣ ਦੀ ਜ਼ਰੂਰਤ ਪਊਗੀ, ਮੈਂ ਆਪਦੇ ਵਾਲਾ ਢਾਹ ਦੇਣਾ ਅਤੇ ਤੁਹਾਡੇ ਵਾਲਾ ਲਿਖ ਲੈਣਾ। ਮੈਂ ਤਾਂ ਇਹ ਚੀਜ਼ ਕਹਿ ਰਿਹਾ, ਮੈਂ ਇੱਥੇ ਇੱਕ ਸਿੱਖ ਦੀ ਹੈਸੀਅਤ 'ਚ, ਇੱਕ ਸਿੱਖਣ ਵਾਲੇ ਦੀ ਹੈਸੀਅਤ 'ਚ ਆਇਆ, ਕਿਉਂਕਿ ਜੋ ਮੈਂ ਬੋਲਣਾ ਉਹ ਸਿੱਖ ਪੰਥ ਨਾਲ, ਸਿੱਖ ਸਿਧਾਂਤ ਨਾਲ, ਸਿੱਖ ਫਲਸਫੇ ਨਾਲ, ਸਿੱਖ ਇਤਿਹਾਸ ਨਾਲ, ਸਿੱਖ ਪਰੰਪਰਾਵਾਂ ਨਾਲ ਸੰਬੰਧਿਤ ਆ। ਅਤੇ ਇਹ ਆਸਥਾ ਦਾ ਮੁੱਦਾ। ਆਸਥਾ ਤੋਂ ਪਵਿੱਤਰ ਕੋਈ ਚੀਜ਼ ਨਹੀਂ ਹੁੰਦੀ, ਮੈਂ ਇਹ ਮੰਨ ਕੇ ਚੱਲਦਾ। ਜੋ ਮੈਂ ਬੋਲੂੰਗਾ, ਮੇਰੇ ਵਚਨਾਂ ਨਾਲ, ਮੇਰੀ ਸਮਝ ਨਾਲ, ਮੇਰੇ ਐਕਸਪ੍ਰੈਸ਼ਨਸ ਨਾਲ ਜੇ ਕਿਸੇ ਦੀ ਵੀ ਆਸਥਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੇ, ਮੈਂ ਉਹਦੀ ਪਹਿਲਾਂ ਹੀ ਮਾਫੀ ਮੰਗ ਲੈਂਦਾ। ਭਾਵੇਂ ਉਹ ਕੋਈ ਇੱਥੇ ਕੱਚੀ ਪਹਿਲੀ 'ਚ ਪੜ੍ਹਨ ਵਾਲਾ ਬੱਚਾ ਮੇਰਾ ਵੀਡੀਓ ਦੇ ਥਰੂ ਮੈਨੂੰ ਸੁਣ ਰਿਹਾ ਹੋਏ, ਭਾਵੇਂ ਮੈਨੂੰ ਕੋਈ ਸਿੱਖ ਵਿਦਵਾਨ ਸੁਣ ਰਿਹਾ ਹੋਏ, ਉਹ ਮੇਰੇ ਲਈ ਸਾਰੇ ਉਨੇ ਹੀ ਸਤਿਕਾਰਤ ਨੇ, ਕਿਉਂਕਿ ਮਸਲਾ ਅਤੇ ਮਾਮਲਾ ਆਸਥਾ ਦਾ। ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਜੀ ਇਸ ਚੀਜ਼ ਦੀ। ਅਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ, ਇਸ ਤੋਂ ਪਹਿਲਾਂ ਕਿ ਮੈਂ ਰਸਮੀ ਤੌਰ 'ਤੇ ਆਪਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਸ਼ੁਰੂ ਕਰਾਂ, ਕਿ ਜਿਹੜੀ ਸੰਗਤ ਬੈਠੀ ਹੋਈ ਹੈ, ਉਹਨਾਂ ਵਿੱਚੋਂ ਜ਼ਿਆਦਾਤਰ ਜਿਹੜੇ ਜਾਂ ਤਾਂ ਮੇਰੇ ਤੋਂ ਹੁਣ ਵਿਦਿਆਰਥੀ ਪੜ੍ਹ ਰਹੇ ਆ ਜਾਂ ਮੇਰੇ ਤੋਂ ਪੜ੍ਹੇ ਹੋਏ ਆ, ਉਹ ਵੀ ਬੈਠੇ ਹੋਏ ਆ। ਅਤੇ ਮੇਰੇ ਲਈ ਖੁਸ਼ੀ ਦੀ ਗੱਲ ਹੈ। ਇਹਦਾ ਮਤਲਬ ਇਹਨਾਂ ਮੁੱਦਿਆਂ ਨੂੰ ਲੈ ਕੇ, ਜਿਹੜੇ ਕਿ ਪੰਥ ਦੇ ਨਾਲ ਸੰਬੰਧਿਤ ਨੇ, ਉਹਨਾਂ ਨੂੰ ਲੈ ਕੇ ਤੁਹਾਡੇ ਵਿੱਚ ਜਾਗਰੂਕਤਾ ਹੈ, ਤੁਹਾਡੇ ਵਿੱਚ ਜਗਿਆਸਾ ਹੈ। ਇਹ ਮੇਰੇ ਖਿਆਲ ਨਾਲ ਬਤੌਰ ਅਧਿਆਪਕ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ।
ਤੇ ਜਿਹੜੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ ਜੀ, ਉਹ ਰਸਮੀ ਤੌਰ ਤੇ ਜੇ ਤੁਸੀਂ ਮੇਰੇ ਤੋਂ ਉਹਦਾ ਵਿਸ਼ਾ ਪੁੱਛੋਗੇ ਤਾਂ ਮੈਂ ਤੁਹਾਨੂੰ ਉਹਦਾ ਵਿਸ਼ਾ ਦੱਸ ਦਿੰਦਾ ਜੀ। ਉਹ ਹੈਗਾ ਜੀ ਕਿ ਸਿੱਖ ਪੰਥ ਦਾ ਰਾਜਨੀਤਿਕ ਸੰਕਲਪ, ਚੁਣੌਤੀਆਂ ਅਤੇ ਸੰਭਾਵਨਾਵਾਂ। ਸਿੱਖ ਪੰਥ ਦਾ ਰਾਜਨੀਤਿਕ ਸੰਕਲਪ, ਕਿ ਸਿੱਖੀ ਦਾ ਰਾਜਨੀਤਿਕ ਸੰਕਲਪ ਹੈ ਕੀ? ਮਤਲਬ ਜੇ ਆਪਾਂ ਅੰਗਰੇਜ਼ੀ 'ਚ ਕਹੀਏ ਪੋਲੀਟੀਕਲ ਪੈਰਾਡਾਈਮ, ਜਿਹੜਾ ਸਿੱਖਿਜ਼ਮ ਦਾ ਪੋਲੀਟੀਕਲ ਪੈਰਾਡਾਈਮ ਹੈ ਕੀ, ਉਹਦੇ ਅੱਗੇ ਚੈਲੰਜਸ ਕੀ ਨੇ ਤੇ ਉਹਦੇ ਵਿੱਚ ਅੱਗੇ ਸਾਨੂੰ ਪੋਸੀਬਿਲਿਟੀਜ਼ ਕੀ ਨੇ, ਇਹ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ। ਮੇਰੀ ਜਿਹੜੀ ਸਮਝ ਹੈ ਉਹਦੇ ਮੁਤਾਬਕ, ਮੇਰੀ ਸਮਝ ਬੜੀ ਸੀਮਤ ਆ, ਜਿਹੜੇ ਮੇਰੇ ਵਿਦਿਆਰਥੀ ਨੇ ਉਹ ਵੀ ਜਾਣਦੇ ਨੇ ਕਿ ਮੈਂ ਕਦੀ ਵੀ ਮੈਂ ਸਿਆਣਾ ਹੋਣ ਦਾ ਦਾਅਵਾ ਨਾ ਹੀ ਮੈਨੂੰ ਕਰਨਾ ਚਾਹੀਦਾ, ਨਾ ਹੀ ਮੈਂ ਕਰਦਾ। ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹ ਮੇਰੇ ਵਿਚਾਰ ਨੇ। ਮੇਰੇ ਵਿਚਾਰ ਮੁਤਾਬਕ, ਮੇਰੀ ਸਮਝ ਮੁਤਾਬਕ, ਜਿਹੜਾ ਕੋਈ ਵੀ ਧਰਮ ਹੁੰਦਾ ਨਾ, ਉਹਦਾ ਇੱਕ ਪੈਰਾਡਾਈਮ ਹੁੰਦਾ, ਉਹਦੀ ਡਿਵੈਲਪਮੈਂਟ ਦਾ, ਉਹਦੇ ਵਿਕਾਸ ਦਾ ਇੱਕ ਸੰਕਲਪ ਹੁੰਦਾ। ਉਹ ਧਰਮਾਂ ਦਾ ਯੂਨੀਫਾਰਮ ਹੁੰਦਾ, ਸਾਂਝਾ ਹੀ ਹੁੰਦਾ ਤਕਰੀਬਨ। ਜਿਹੜਾ ਉਹਦਾ ਮੁੱਢਲਾ ਢਾਂਚਾ ਹੁੰਦਾ ਨਾ, ਉਹ ਸਾਰੇ ਧਰਮਾਂ ਦਾ ਤਕਰੀਬਨ, ਮੈਂ ਨਹੀਂ ਕਹਿ ਰਿਹਾ ਕਿ ਬਿਲਕੁਲ, ਤਕਰੀਬਨ ਸਾਂਝਾ ਹੁੰਦਾ। ਕੋਈ ਵੀ ਧਰਮ ਜਦੋਂ ਹੋਂਦ ਵਿੱਚ ਆਉਂਦਾ ਤਾਂ ਉਸ ਧਰਮ ਦਾ ਇੱਕ ਪ੍ਰੋਫਿਟ ਹੁੰਦਾ, ਅਵਤਾਰ, ਗੁਰੂ, ਦੇਵਤਾ ਹੁੰਦਾ। ਉੱਥੋਂ ਧਰਮ ਸ਼ੁਰੂ ਹੁੰਦਾ, ਉਹ ਮਸੀਹਾ, ਉਹ ਮੈਸੇਂਜਰ, ਉਹ ਪੈਗੰਬਰ, ਉਹ ਗੁਰੂ ਇੱਕ ਫਲਸਫਾ ਦਿੰਦਾ ਲੋਕਾਂ ਨੂੰ, ਲੋਕਾਈ ਨੂੰ। ਧਰਮ ਪੈਗੰਬਰ ਦੇ ਪੱਧਰ ਤੋਂ ਅੱਗੇ ਫਲਸਫੇ ਦੇ ਪੱਧਰ ਤੇ ਪਹੁੰਚ ਜਾਂਦਾ। ਫਲਸਫੇ ਦੇ ਪੱਧਰ ਤੇ, ਉਸ ਫਲਸਫੇ ਦੇ ਵਿੱਚ ਕੁਛ ਇੱਕ ਮੁੱਢਲੇ ਸਿਧਾਂਤ ਹੁੰਦੇ ਆ, ਜਿਨ੍ਹਾਂ ਨੂੰ ਸੱਚ ਮੰਨ ਕੇ, ਜਿਨ੍ਹਾਂ ਨੂੰ ਪਵਿੱਤਰ ਮੰਨ ਕੇ ਮੰਨਣ ਦੀ ਤੇ ਅੱਗੇ ਉਹਨਾਂ ਦਾ ਪਸਾਰ ਕਰਨ ਦੀ ਸੋਚ ਉਸ ਪੈਗੰਬਰ ਵੱਲੋਂ ਆਰੰਭੀ ਗਈ ਹੁੰਦੀ ਹੈ। ਕੋਈ ਵੀ ਧਰਮ ਪੈਗੰਬਰ ਤੋਂ ਸ਼ੁਰੂ ਹੋ ਕੇ ਫਿਰ ਫਲਸਫੇ ਤੇ ਜਾਂਦਾ ਹੈ। ਤੀਸਰਾ ਉਹਦਾ ਪੱਧਰ ਹੈ ਜੀ ਪ੍ਰਚਾਰ ਤੇ ਪਸਾਰ, ਜਿਹੜਾ ਉਸ ਪੈਗੰਬਰ, ਉਸ ਇਸ਼ਟ ਦੇ ਜਿਹੜੇ ਅੱਗੇ ਜਿਹੜੀਆਂ ਉਹਦੇ ਸਕਸੈਸਰਸ ਹੁੰਦੇ ਨੇ, ਜਿਨ੍ਹਾਂ ਵਿੱਚ ਉਸ ਪੈਗੰਬਰ ਦੀ, ਉਸ ਇਲਾਹੀ ਸ਼ਖਸੀਅਤ ਦੀ ਜੋਤ ਹੁੰਦੀ ਹੈ, ਉਹ ਅੱਗੇ ਉਹਦਾ ਪ੍ਰਚਾਰ ਤੇ ਪਸਾਰ ਕਰਦੇ ਆ। ਇਹ ਤੀਸਰੀ ਸਟੇਜ ਬਣਦੀ ਹੈ ਕਿਸੇ ਵੀ ਧਰਮ ਦੀ। ਤੁਸੀਂ ਲਾਉਂਦੇ ਜਾਇਓ, ਫਿੱਟ ਕਰਦੇ ਜਾਇਓ। ਜੇ ਤੁਸੀਂ ਧਰਮਾਂ ਦਾ ਅਧਿਐਨ, ਧਰਮਾਂ ਦੇ ਇਤਿਹਾਸ ਦਾ ਅਧਿਐਨ ਕੀਤਾ ਹੋਏ, ਜਿੰਨੇ ਕਿ ਮੇਰੀ ਸਮਝ ਆ, ਮੈਨੂੰ ਲੱਗਦਾ ਇਹ ਸਾਰੇ ਧਰਮਾਂ ਲਈ ਆ। ਅਗਲੀ ਚੀਜ਼ ਕੀ ਹੈ ਜੀ? ਅਗਲੀ ਚੀਜ਼ ਆ ਕਿ ਧਰਮ ਦੇ ਵਿੱਚ ਅਲੱਗ-ਅਲੱਗ ਸੰਸਥਾਵਾਂ ਆਉਂਦੀਆਂ ਜਾਂਦੀਆਂ। ਇਹ ਸੰਸਥਾਵਾਂ ਸਮਾਜਿਕ ਸੰਸਥਾਵਾਂ ਵੀ ਹੁੰਦੀਆਂ ਨੇ, ਇਹ ਸੰਸਥਾਵਾਂ ਸੰਸਥਾਤਮਕ ਢਾਂਚਾਗਤ ਸੰਸਥਾਵਾਂ ਵੀ ਹੁੰਦੀਆਂ। ਮਸੀਤਾਂ, ਗਿਰਜਾਘਰ, ਮੰਦਰ, ਗੁਰਦੁਆਰਾ ਸਾਹਿਬ, ਇਹ ਬਣਨੇ ਸ਼ੁਰੂ ਹੁੰਦੇ ਆ। ਵਿਆਹ ਦੀਆਂ ਸੰਸਥਾਵਾਂ ਅਲੱਗ ਹੋਣੀਆਂ ਸ਼ੁਰੂ ਹੋ ਜਾਂਦੀਆਂ, ਮਰਨੇ ਦੀਆਂ ਸੰਸਥਾਵਾਂ ਅਲੱਗ ਹੋਣੀਆਂ ਸ਼ੁਰੂ ਹੋ ਜਾਂਦੀਆਂ, ਲੰਗਰ ਦੀ ਸੰਸਥਾ, ਪੰਗਤ ਦੀ ਸੰਸਥਾ, ਇਹ ਸੰਸਥਾਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਧਰਮ ਵਿਕਾਸ ਕਰਦਾ ਰਹਿੰਦਾ। ਇਸ ਸਟੇਜ ਤੋਂ ਅੱਗੇ ਜਦੋਂ ਧਰਮ ਕੋਲੇ ਆਪਣਾ ਇਸ਼ਟ ਵੀ ਹੈ, ਧਰਮ ਕੋਲੇ ਆਪਣਾ ਫਲਸਫਾ ਵੀ ਹੈ, ਧਰਮ ਕੋਲੇ ਆਪਣੀਆਂ ਸੰਸਥਾਵਾਂ ਵੀ ਆ ਗਈਆਂ, ਹੁਣ ਧਰਮ ਕੋਲੇ ਆਪਣੀ ਇੱਕ ਪਹਿਚਾਣ ਆ ਜਾਂਦੀ ਹੈ ਕਿ ਅਸੀਂ ਕਿਵੇਂ ਦੂਸਰਿਆਂ ਤੋਂ ਡਿਸਟਿੰਕਟਿਵ ਆ। ਮੈਂ ਸੈਪਰੇਟ ਨਹੀਂ ਕਹਿ ਰਿਹਾ, ਵਿਲੱਖਣ ਕਹਿ ਰਿਹਾ, ਵੱਖਰੇ ਨਹੀਂ ਕਹਿ ਰਿਹਾ, ਦੋਵਾਂ 'ਚ ਫਰਕ ਹੈ। ਅਸੀਂ ਲੋਕਾਂ ਦੇ ਵਿੱਚ ਰਹਿੰਦੇ ਹੋਏ ਵੀ ਉਹਨਾਂ ਤੋਂ ਕਿਵੇਂ ਵਿਲੱਖਣ ਆ, ਹਰੇਕ ਧਰਮ ਦੀ ਵਿਲੱਖਣਤਾ ਉਹਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ। ਮੈਂ ਸਿੱਖ ਧਰਮ ਦੇ ਉੱਪਰ ਇਸ ਸੰਕਲਪ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੂੰਗਾ। ਅਗਲਾ ਕੀ ਹੁੰਦਾ ਜੀ? ਜਦੋਂ ਇੱਕ ਵਿਲੱਖਣਤਾ ਆ ਜਾਂਦੀ ਹੈ ਤਾਂ ਉਸ ਧਰਮ ਦੇ ਵਿੱਚ ਇੱਕ ਕਨਸੈਪਟ ਆ ਜਾਂਦਾ ਐਥਨੀਸਿਟੀ ਦਾ, ਵੱਖਰੀ ਕੌਮ ਹੋਣ ਦਾ, ਇੱਕ ਵੱਖਰੀ ਕੌਮ ਹੋਣ ਦਾ। ਤੇ ਜਦੋਂ ਉਸ ਧਰਮ ਨੂੰ ਮੰਨਣ ਵਾਲੇ ਲੋਕ ਵੱਖਰੀ ਕੌਮ ਬਣ ਜਾਂਦੇ ਆ, ਫਿਰ ਲੋਕਾਂ ਨੂੰ ਰਹਿਣ ਦੇ ਲਈ ਇੱਕ ਧਰਾਤਲ ਚਾਹੀਦਾ, ਇੱਕ ਟੈਰੀਟਰੀ ਚਾਹੀਦੀ ਹੈ। ਧਰਮ ਅਗਲੇ ਪੜਾਅ ਦੇ ਵਿੱਚ, ਅਗਲੀ ਸਟੇਜ ਚਲਾ ਜਾਂਦਾ ਜਦੋਂ ਧਰਮ ਇੱਕ ਟੈਰੀਟਰੀ ਤੇ ਵੱਧਦਾ ਫੁੱਲਦਾ, ਤੇ ਉਹ ਟੈਰੀਟਰੀ ਦੇ ਤਹਿਤ, ਟੈਰੀਟਰੀ ਦੀ ਧਾਰਾ ਦੇ ਵਿੱਚ ਵੀ ਆਪਦਾ ਵਿਕਾਸ ਕਰਦਾ। ਹੁਣ ਕੌਮ ਵੀ, ਲੋਕ ਵੀ, ਸਮੁਦਾਇ ਵੀ, ਕਮਿਊਨਿਟੀ ਵੀ ਬਣ ਗਈ, ਉਹਦੇ ਕੋਲੇ ਟੈਰੀਟਰੀ ਵੀ ਹੈ। ਅਗਲੀ ਸਟੇਜ ਧਰਮ ਦੀ ਬਣਦੀ ਹੈ ਕਿ ਜਿੱਥੇ ਉਹ ਸਮੁਦਾਇ,
ਜਿੱਥੇ ਉਹ ਕਮਿਊਨਿਟੀ, ਜਿੱਥੇ ਉਹ ਕੌਮ ਰਹਿ ਰਹੀ ਹੈ, ਜਿਸ ਧਰਾਤਲ ਤੇ, ਉੱਥੇ ਉਹਨਾਂ ਦੀ ਰਾਜਨੀਤਿਕ ਖੁਦ ਮੁਖਤਿਆਰੀ ਵੀ ਹੋਣੀ ਚਾਹੀਦੀ ਹੈ। ਉਹ ਆਪਦੇ ਨਿੱਜੀ ਫੈਸਲੇ, ਆਰਥਿਕ ਫੈਸਲੇ, ਸਮਾਜਿਕ ਫੈਸਲੇ, ਆਪਦੇ ਰਾਜਨੀਤਿਕ ਫੈਸਲੇ ਆਪਣੇ ਫਲਸਫੇ ਦੇ ਮੁਤਾਬਕ, ਆਪਣੀ ਵਿਚਾਰਧਾਰਾ ਦੇ ਮੁਤਾਬਕ ਲੈ ਸਕਣ। ਤੁਸੀਂ ਭਾਵੇਂ ਜੁਡਾਇਜ਼ਮ ਲੈ ਲਓ, ਤੁਸੀਂ ਭਾਵੇਂ ਕ੍ਰਿਸਚੈਨਿਟੀ ਲੈ ਲਓ, ਇਸਲਾਮ ਲੈ ਲਓ, ਸਾਡੇ ਭਾਰਤ ਦੇ ਵਿੱਚ ਜਿਹੜੇ ਜਨਮਿਤ ਤੇ ਵਧੇ ਫੁੱਲੇ ਧਰਮ, ਭਾਵੇਂ ਜੈਨ ਮਤ ਲੈ ਲਓ, ਬੁੱਧ ਧਰਮ ਲੈ ਲਓ, ਸਨਾਤਨ ਲੈ ਲਓ। ਮੈਂ ਸਿੱਖ ਮਤ ਤੇ ਵਿਸ਼ੇਸ਼ ਤੌਰ ਤੇ ਆਊਂਗਾ ਕਿਉਂਕਿ ਅੱਜ ਦਾ ਵਿਸ਼ਾ ਇਹ ਹੈ। ਇਹ ਸਾਰੇ ਹੀ ਦੇਖ ਲਓ, ਇਹਨਾਂ ਸਾਰੇ ਪੜਾਵਾਂ ਚੋਂ ਲੰਘ ਕੇ ਟੈਰੀਟੋਰੀਜ਼ ਨੇ ਤੇ ਰਾਜਨੀਤਿਕ ਖੁਦ ਮੁਖਤਿਆਰੀਆਂ ਜਾਂ ਤਾਂ ਹੰਢਾ ਰਹੇ ਨੇ ਜਾਂ ਹੰਢਾ ਚੁੱਕੇ ਨੇ। ਹੁਣ ਮੈਂ ਸਿੱਖ ਧਰਮ ਦੀ, ਸਿੱਖ ਪੰਥ ਦੀ ਗੱਲ ਕਰਾਂ, ਸਾਡੇ ਸਿੱਖਾਂ ਦੇ। ਮੈਂ ਜਦੋਂ ਸਿੱਖ ਪੰਥ ਦੀ ਤੇ ਇਸ ਵਿਸ਼ੇ ਦੀ ਗੱਲ ਕਰੂੰਗਾ, ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਆਪਣੇ ਆਪ ਨੂੰ ਤੇ ਆਪਣੇ ਨਿੱਜੀ ਆਸਥਾ ਨੂੰ ਵਿੱਚੋਂ ਮਨਫੀ ਕਰ ਲਵਾਂ, ਕਿਉਂਕਿ ਰਿਸਰਚਰ ਹੋਣ ਦੇ ਨਾਤੇ, ਖੋਜੀ ਹੋਣ ਦੇ ਨਾਤੇ ਮੈਨੂੰ ਰਿਸਰਚ ਮੈਥੋਡੋਲੋਜੀ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਮੈਂ ਕੁਛ ਬਣ ਕੇ ਤੁਹਾਡੇ ਅੱਗੇ ਕੁਛ ਰੱਖਾਂ। ਹੁਣ ਜਦੋਂ ਮੈਂ ਸਿੱਖ ਪੰਥ ਦੇ ਫਰੇਮਵਰਕ ਦੇ ਵਿੱਚ ਇਹ ਸਾਰੀਆਂ ਗੱਲਾਂ ਲਾਗੂ ਕਰੂੰਗਾ, ਸਿੱਖ ਪੰਥ ਦੇ ਪਹਿਲੇ ਇਸ਼ਟ ਅਵਤਾਰ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ, ਉਹ ਮੋਢੀ ਨੇ ਸਿੱਖ ਧਰਮ ਦੇ। ਉਹਨਾਂ ਨੇ ਇੱਕ ਫਲਸਫਾ ਦਿੱਤਾ, ਜਿਸ ਫਲਸਫੇ ਦੇ ਕੁਝ ਜੜ ਸਿਧਾਂਤ, ਕੁਝ ਮੂਲ ਸਿਧਾਂਤ ਨੇ, ਜਿਨ੍ਹਾਂ ਨੂੰ ਜਿਹੜੇ ਪਹਿਲੀ ਪਾਤਸ਼ਾਹੀ ਤੋਂ ਬਾਅਦ ਦੇ ਜਿਹੜੇ ਗੁਰੂ ਸਾਹਿਬਾਨ ਨੇ, ਉਸ ਫਲਸਫੇ ਨੂੰ, ਉਹਨਾਂ ਸਿਧਾਂਤਾਂ ਨੂੰ ਅੱਗੇ ਲੈ ਕੇ ਜਾ ਰਹੇ ਆ। ਇਸ਼ਟ ਤੋਂ ਫਲਸਫਾ, ਗੁਰੂ ਗ੍ਰੰਥ ਸਾਹਿਬ ਜੀ। ਉਸ ਤੋਂ ਬਾਅਦ ਵਾਲੇ ਉਹਨਾਂ ਦੀਆਂ, ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਅੱਗੇ 9 ਜੋਤਾਂ, ਉਹ ਅੱਗੇ ਕੀ ਕਰ ਰਹੇ ਨੇ? ਉਹ ਪ੍ਰਚਾਰ ਤੇ ਪਸਾਰ ਕਰ ਰਹੇ ਨੇ ਕਾਹਦਾ? ਜਿਹੜਾ ਫਲਸਫਾ ਸਿੱਖਾਂ ਦੇ ਇਸ਼ਟ ਨੇ ਦੇ ਦਿੱਤਾ। ਕੋਈ ਉਸ ਤੋਂ, ਉਹਦੇ ਵਿੱਚ ਨਵਾਂ ਐਡ ਤਾਂ ਕਰਦਾ ਹੋ ਸਕਦਾ, ਉਹਦੇ ਜੜ ਸਿਧਾਂਤਾਂ ਤੋਂ, ਉਹਦੇ ਮੂਲ ਤੋਂ ਪਾਸੇ ਨਹੀਂ ਜਾ ਰਿਹਾ। ਪ੍ਰਚਾਰ ਤੇ ਪਸਾਰ ਹੋ ਰਿਹਾ। ਸੰਸਥਾਵਾਂ ਬਣ ਰਹੀਆਂ ਨੇ, ਸਿੱਖਾਂ ਦੀਆਂ ਢਾਂਚਾਗਤ ਸੰਸਥਾਵਾਂ ਵੀ ਬਣ ਰਹੀਆਂ, ਸਿੱਖਾਂ ਦੀਆਂ ਸਮਾਜਿਕ ਸੰਸਥਾਵਾਂ ਵੀ ਬਣ ਰਹੀਆਂ। ਇਹ ਦੂਸਰੀਆਂ ਜਿਹੜੀਆਂ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਦੀਆਂ ਪਾਤਸ਼ਾਹੀਆਂ ਨੇ, ਉਹ ਇਹ ਭੂਮਿਕਾ, ਪਵਿੱਤਰ ਭੂਮਿਕਾ ਅਦਾ ਕਰ ਰਹੀਆਂ ਨੇ। ਇਹ ਸਾਰਾ ਕੰਮ ਜਦੋਂ ਹੋ ਜਾਂਦਾ ਤੇ 10ਵੀਂ ਪਾਤਸ਼ਾਹੀ 1699 ਨੂੰ ਵਿਸਾਖੀ ਵਾਲੇ ਦਿਨ ਕੀ ਕਰਦੇ ਨੇ? ਆਪਾਂ ਇਤਿਹਾਸ ਦੇ ਵਿੱਚ ਕਹਿੰਦੇ ਜੀ ਖਾਲਸਾ ਪੰਥ ਦੀ ਸਥਾਪਨਾ। ਉਹ ਵੱਖਰੀ ਕੌਮ ਦਾ ਕਨਸੈਪਟ ਦੇ ਦਿੰਦੇ ਨੇ ਕਿ ਹੁਣ ਤੁਹਾਡੇ ਵਿੱਚ ਇੱਕ ਡਿਸਟਿੰਕਟਿਵਨੈਸ ਹੈ, ਇੱਕ ਵਿਲੱਖਣਤਾ ਹੈ। ਉਹ ਵਿਲੱਖਣਤਾ ਵਸਤਰਾਂ ਤੋਂ, ਪਹਿਰਾਵੇ ਤੋਂ, ਖਾਣ ਪੀਣ ਤੋਂ ਸ਼ੁਰੂ ਹੋ ਕੇ ਤੁਹਾਡੀ ਜੀਵਨ ਜਾਚ ਤੱਕ ਚਲੀ ਜਾਂਦੀ ਹੈ। ਸਿੱਖਾਂ ਦੇ ਵਿੱਚ ਇਸ ਤੋਂ ਬਾਅਦ ਕੌਮ ਦੇ ਕਨਸੈਪਟ ਦੇ ਨਾਲ ਨਾਲ ਹੀ ਇੱਕ ਟੈਰੀਟਰੀ ਦਾ ਕਨਸੈਪਟ ਚੱਲ ਰਿਹਾ। ਜੇ ਮੈਂ ਹੁਣ ਕਹਾਂ ਕਿ ਇਹ 10ਵੀਂ ਪਾਤਸ਼ਾਹੀ ਤੋਂ ਸ਼ੁਰੂ ਹੁੰਦਾ, ਨਹੀਂ ਜੀ, ਮੇਰੀ ਸਮਝ ਇਹ ਕਹਿੰਦੀ ਹੈ ਪਹਿਲੀ ਪਾਤਸ਼ਾਹੀ ਨੇ, ਕੋਈ ਵੀ ਇਸ਼ਟ ਜਿਹੜਾ ਕਿਸੇ ਵੀ ਪੰਥ ਦਾ, ਧਰਮ ਦਾ ਹੁੰਦਾ, ਉਹ ਜੜ ਸਿਧਾਂਤ, ਮੂਲ ਸਿਧਾਂਤ ਦੇ ਕੇ ਜਾਂਦਾ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਇਲਹਾਮ ਕਹਿ ਲਓ, ਰੀਅਲਾਈਜੇਸ਼ਨ ਜਿਹੜੀ 1513 ਚ ਆਪਾਂ ਮੰਨ ਕੇ ਚੱਲਦੇ, ਜੇ ਮੈਂ ਗਲਤ ਨਹੀਂ ਹਾਂ ਤਾਂ, ਜੇ ਮੈਂ ਗਲਤ ਹਾਂ ਮੈਂ ਮਾਫੀ ਚਾਹੁੰਦਾ, ਉਹਨਾਂ ਨੂੰ ਲੱਗਦਾ ਹੈ ਕਿ ਲੋਕਾਈ ਨੂੰ ਜੋ ਨਹੀਂ ਪਤਾ ਪਰਮਾਰਥ ਦਾ, ਉਹ ਦੱਸਿਆ ਜਾਏ। ਉਹ ਦੁਨੀਆ ਦੇ ਅਲੱਗ-ਅਲੱਗ ਕੋਨਿਆਂ 'ਚ ਪੜਾਅ ਕਰਦੇ ਹੈ। ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਉਹ ਭੂਮਿਕਾ ਅਦਾ ਹੋ ਗਈ ਹੈ ਤੇ ਉਹ ਇੱਕ ਵੱਖਰਾ ਨਗਰ, ਵਿਲੱਖਣ ਨਗਰ ਵਸਾਉਂਦੇ ਨੇ, ਸ੍ਰੀ ਕਰਤਾਰਪੁਰ ਸਾਹਿਬ। ਟੈਰੀਟਰੀ ਦਾ ਕਨਸੈਪਟ ਪਹਿਲੀ ਪਾਤਸ਼ਾਹੀ ਨੇ ਦੇ ਦਿੱਤਾ। ਇਸ਼ਟ ਵੀ ਹੈ ਪਹਿਲੀ ਪਾਤਸ਼ਾਹੀ ਤੋਂ ਹੀ, ਫਲਸਫਾ ਵੀ ਹੈ, ਪਹਿਚਾਣ ਵੀ ਹੈ, ਟੈਰੀਟਰੀ ਵੀ ਹੈ। ਮੈਂ ਪ੍ਰੋਫੈਸਰ ਗੁਰਿੰਦਰ ਸਿੰਘ ਮਾਨ ਜੀ ਦੇ ਹਵਾਲੇ ਨਾਲ ਕਹਿ ਰਿਹਾ, ਬੜੇ ਵੱਡੇ ਸਿੱਖ ਹਿਸਟੋਰੀਅਨ, ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਰਿਟਾਇਰਡ। ਉਹਨਾਂ ਦੀ ਲਿਖਤ ਪੜ੍ਹੀ, ਉਹਦੇ ਮੁਤਾਬਕ ਸਰਦਾਰ ਅਜਮੇਰ ਸਿੰਘ ਜੀ ਜ਼ਿਆਦਾ ਜਾਣਦੇ ਹੋਣਗੇ, ਇਹਨਾਂ ਦੀ ਉਮਰ ਲੰਘ ਗਈ। ਕਰਤਾਰਪੁਰ ਸਾਹਿਬ ਜਿਹੜਾ ਸ਼ਹਿਰ ਵਸਾਇਆ, ਉਹਦੇ ਆਸੇ ਪਾਸੇ ਕਿੱਕਰਾਂ ਲਾਈਆਂ ਗਈਆਂ ਤੇ ਨਹਿਰ ਕੱਢ ਦਿੱਤੀ ਗਈ। ਉਹ ਟੈਰੀਟਰੀ ਦਾ ਕਨਸੈਪਟ ਹੈ, ਬਾਉਂਡਰੀ ਦਾ ਕਨਸੈਪਟ ਹੈ। ਉਸ ਟੈਰੀਟਰੀ ਦੇ ਕਨਸੈਪਟ ਨੂੰ ਜਦੋਂ ਕੌਮ ਦੇ ਕਨਸੈਪਟ ਤੋਂ ਬਾਅਦ 10ਵੀਂ ਪਾਤਸ਼ਾਹੀ ਲੈ ਕੇ ਆ ਰਹੇ ਨੇ, ਅਨੰਦਪੁਰ ਸਾਹਿਬ ਟੈਰੀਟਰੀ ਦਾ ਕਨਸੈਪਟ ਹੈ। ਪੋਲੀਟੀਕਲ ਆਟੋਨਮੀ ਦਾ ਕਨਸੈਪਟ ਹੈ। ਨਿਸ਼ਾਨ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਝੂਲ ਰਿਹਾ ਹੈ।
ਇਹ ਪੋਲੀਟੀਕਲ ਆਟੋਨਮੀ ਹੈ, ਇਹ ਪੋਲੀਟੀਕਲ ਖੁਦ ਮੁਖਤਿਆਰੀ, ਰਾਜਨੀਤਿਕ ਖੁਦ ਮੁਖਤਿਆਰੀ ਹੈ। ਬਾਬਾ ਬੰਦਾ ਸਿੰਘ ਬਹਾਦਰ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਰਤਨ ਸਿੰਘ ਭੰਗੂ ਜੀ ਦੇ ਮੁਤਾਬਕ ਜਿਹੜੀ 10ਵੀਂ ਪਾਤਸ਼ਾਹੀ ਨੇ ਟੈਰੀਟਰੀ ਦਾ ਕਨਸੈਪਟ ਤੇ ਪੋਲੀਟੀਕਲ ਸੋਵਰੈਨਿਟੀ ਦਾ ਕਨਸੈਪਟ ਦਾ ਮੁੱਢ ਬੰਨ੍ਹ ਦਿੱਤਾ ਸੀ, ਉਹ ਕਹਿੰਦੇ ਨਹੀਂ, ਸਗੋਂ ਗਵਾਚ ਗਿਆ। ਮੇਰੀ ਸਮਝ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੀ ਭੂਮਿਕਾ, ਉਹਨਾਂ ਦੀ ਭੂਮਿਕਾ ਸਿੱਖ ਇਤਿਹਾਸ ਦੇ ਵਿੱਚ ਇਹ ਹੈ ਕਿ ਜਿਹੜਾ ਪੈਰਾਡਾਈਮ ਪਹਿਲੀ ਪਾਤਸ਼ਾਹੀ ਤੋਂ ਬਣਿਆ ਹੈ, ਉਹਨਾਂ ਨੇ ਨਹੀਂ ਦਿੱਤਾ, ਉਸ ਰਾਜੇ ਮਹਾਰਾਜੇ ਨੇ ਨਹੀਂ ਦਿੱਤਾ। ਕਿਤੇ ਨਾ ਕਿਤੇ ਉਹ ਪੜਾਅ ਉੱਥੇ ਵੱਧ ਰਿਹਾ, ਮੁਕੰਮਲ ਹੋ ਰਿਹਾ ਖਾਲਸਾ ਰਾਜ ਦੇ ਰੂਪ ਦੇ ਵਿੱਚ। ਇਹ ਜਿਹੜਾ ਸਿਧਾਂਤਕ ਸੰਕਲਪ ਹੈ ਸਿੱਖਾਂ ਦਾ, ਸਿੱਖੀ ਦਾ, ਉਹਦੀ ਉਤਪਤੀ ਤੋਂ ਲੈ ਕੇ ਉਹਦੀ ਫਾਈਨਲ ਸਟੇਜ ਰਾਜਨੀਤਿਕ ਖੁਦ ਮੁਖਤਿਆਰੀ ਤੱਕ ਪਹੁੰਚਣ ਦਾ। ਸਵਾਲ ਇਹ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਇਸ ਸੰਕਲਪ ਦੇ ਸੰਦਰਭ ਦੇ ਵਿੱਚ ਸਿੱਖ, ਸਿੱਖੀ ਸੰਸਥਾਵਾਂ, ਸਿੱਖ ਆਗੂ ਕਿੱਥੇ ਖੜੇ ਨੇ? ਸਵਾਲ ਇਹ ਹੈ ਜਿਹਦਾ ਮੈਂ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਹੈ। ਜਿਹੜਾ ਸਿੱਖੀ ਦਾ ਸੰਕਲਪ ਹੈ, ਪੋਲੀਟੀਕਲ ਪੈਰਾਡਾਈਮ ਦਾ, ਇਸ਼ਟ ਤੋਂ ਸ਼ੁਰੂ ਹੋ ਕੇ ਉਸ ਪੋਲੀਟੀਕਲ ਆਟੋਨਮੀ ਤੱਕ ਪਹੁੰਚਣ ਦਾ, ਉਹਦੇ ਲਈ ਚਾਹੀਦਾ ਕੀ ਹੈ? ਉਹਦੇ ਲਈ ਚਾਹੀਦੀ ਹੈ ਅਗਵਾਈ, ਉਹਦੇ ਲਈ ਚਾਹੀਦੇ ਨੇ ਆਗੂ, ਉਹਦੇ ਲਈ ਚਾਹੀਦੀ ਹੈ ਸਮਝ। ਕਾਹਦੀ? ਉਹਦੇ ਲਈ ਆਗੂਆਂ ਨੂੰ ਤੇ ਸਿੱਖਾਂ ਨੂੰ ਵੀ ਸਮਝ ਚਾਹੀਦੀ ਹੈ, ਸਿੱਖ ਫਲਸਫੇ ਦੀ, ਸਿੱਖ ਸੰਸਥਾਵਾਂ ਦੀ, ਸਿੱਖ ਇਤਿਹਾਸ ਦੀ। ਮੇਰੀ ਸਮਝ ਇਹ ਕਹਿੰਦੀ ਹੈ ਕਿ ਜਦੋਂ ਹੁਣ ਅਸੀਂ ਇਹ ਰਾਜਨੀਤਿਕ ਸੰਕਲਪ ਦੀ ਗੱਲ ਕਰਦੇ ਹਾਂ, ਅਸੀਂ ਸਿੱਖੀ ਦੇ ਰਾਜਨੀਤਿਕ ਸੰਕਲਪ ਨੂੰ ਸਮਝਦੇ ਹੋਏ ਜਿਹੜਾ ਸਾਡੇ ਸਿੱਖ ਫਲਸਫੇ ਦੇ ਮੁਤਾਬਕ, ਸਿੱਖ ਸੰਸਥਾਵਾਂ ਦੀ ਲੋਅ ਦੇ ਵਿੱਚ, ਸਿੱਖ ਇਤਿਹਾਸ ਦੀ ਲੋਅ ਦੇ ਵਿੱਚ ਜੋ ਸੰਕਲਪ ਆ, ਅਸੀਂ ਉਹਨੂੰ ਉਹਦੇ ਮੁਤਾਬਕ ਨਹੀਂ ਚਿਤਵ ਰਹੇ। ਮੈਨੂੰ ਇਹ ਲੱਗਦਾ ਕਿ ਸਾਡੀ ਜਿਹੜੀ ਸਿੱਖੀ ਦੀ ਰਾਜਨੀਤਿਕ ਭਟਕਣਾ ਦਾ ਕਾਰਨ ਉਹ ਆ। ਕਿਵੇਂ? ਅੱਜ ਮੌਜੂਦਾ ਸਮੇਂ ਜੇ ਅਸੀਂ ਉਸ ਸਿੱਖੀ ਸੰਕਲਪ ਦੇ ਪੈਰਾਡਾਈਮ ਨੂੰ ਸਮਝਣਾ ਹੋਏ ਜਾਂ ਵੇਖਣਾ ਹੋਏ ਕਿ ਉਹ ਕਿੱਥੇ ਖੜਦਾ ਹੈ, ਜੇ ਅਸੀਂ ਪੈਗੰਬਰ ਤੋਂ ਸ਼ੁਰੂ ਕਰੀਏ, ਇਸ਼ਟ ਤੋਂ ਸ਼ੁਰੂ ਕਰੀਏ, ਕਿਸੇ ਸਿੱਖ ਨੂੰ ਕੋਈ ਸ਼ੱਕ, ਕੋਈ ਸ਼ੁਬਾ, ਕੋਈ ਦਵੈਤ, ਕੋਈ ਦਵੰਦ ਨਹੀਂ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਨਾਂ ਦੇ ਪਹਿਲੇ ਗੁਰੂ ਨੇ। ਪਰ ਦਵੰਦ ਇੱਕ ਬਹੁਤ ਵੱਡਾ ਨਾਲ ਖੜਾ ਹੋਇਆ, ਚੁਣੌਤੀ ਬਹੁਤ ਵੱਡੀ ਨਾਲ ਖੜੀ ਹੋਈ। ਕੀ? ਡੇਰੇ। ਜੇ ਸਾਡਾ ਇਸ਼ਟ, ਜੇ ਸਾਡੇ ਪੈਗੰਬਰ ਸਾਡੇ ਇਤਿਹਾਸ ਦੇ ਵਿੱਚ ਸਾਡੇ ਕੋਲ ਹੈਗੇ ਨੇ, ਤੇ ਫਿਰ ਜਿਹੜੇ ਮੌਜੂਦਾ ਦੇਹਧਾਰੀ ਗੁਰੂ ਨੇ ਸਿੱਖ, ਉਹਨਾਂ ਕੋਲੇ ਕਿਉਂ ਜਾ ਰਹੇ ਨੇ? ਇੱਕ ਬਹੁਤ ਵੱਡਾ ਦਵੰਦ ਹੈ। ਮੈਂ ਤੁਹਾਨੂੰ ਫਿਰ ਬੇਨਤੀ ਕਰਦੇ ਹਾਂ, ਰਾਜਨੀਤਿਕ ਸੰਕਲਪ ਸਿੱਖੀ ਦਾ, ਭਾਵੇਂ ਕਿਸੇ ਵੀ ਧਰਮ ਦਾ, ਇਨਕਲੂਡਿੰਗ ਸਿੱਖੀ ਦਾ, ਉਸ ਮੇਰੀ ਸਮਝ ਮੁਤਾਬਕ ਉਸ ਫਰੇਮਵਰਕ 'ਚੋਂ, ਉਸ ਪੈਰਾਡਾਈਮ 'ਚੋਂ ਨਿਕਲਣਾ ਜਿਹਦੀ ਪਹਿਲੀ ਸਟੇਜ ਆ ਪੈਗੰਬਰ। ਸਾਡੀ ਸਿੱਖਾਂ ਦੀ ਪੈਗੰਬਰ ਤੇ ਆਸਥਾ ਕਿੰਨੀ ਕੁ ਪੱਕੀ ਹੈ? ਕਿਉਂਕਿ ਜੇ ਪੱਕੀ ਹੈ ਤਾਂ ਫਿਰ ਇੰਨੀ ਛੋਟੀ ਇੱਕ ਮਾਈਨੋਰਿਟੀ ਰਿਲੀਜਨ ਦੇ ਵਿੱਚ ਇੰਨੇ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਡੇਰੇ, ਤੇ ਉਹਨਾਂ ਡੇਰਿਆਂ ਦੇ ਵਿੱਚ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਦੀ ਗਿਣਤੀ, ਉਹ ਕੀ ਦੱਸ ਰਹੀ ਹੈ? ਅਸੀਂ ਉਸ ਸੰਕਲਪ ਦੀ ਪਹਿਲੀ ਸਟੇਜ ਦੇ ਵਿੱਚ, ਦਵੰਦ ਦੇ ਵਿੱਚ, ਅਸੀਂ ਭਟਕਣਾ ਦੇ ਵਿੱਚ। ਦੂਸਰੀ ਜਿਹੜੀ ਸਟੇਜ ਹੈ ਫਲਸਫਾ। ਜਿਹੜੇ ਪੜ੍ਹੇ ਲਿਖਾ ਤਬਕਾ ਹੁੰਦਾ ਨਾ ਸਾਡਾ, ਜਿਹੜੇ ਯੂਨੀਵਰਸਿਟੀ ਕਾਲਜ 'ਚ ਪੜ੍ਹਾਉਣ ਵਾਲਾ, ਉਹ ਅਕਸਰ ਨਾ ਕਈ ਵਾਰੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਦਾ ਅਕੀਦਾ, ਗੁਰੂ ਦੀ ਸ਼ਰਧਾ ਦੇਣ ਨੂੰ ਨਾ ਕਈ ਵਾਰ ਕਰਨਗੇ ਕਿ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਤਾ, ਉਹਨਾਂ ਦਾ ਫਲਸਫਾ ਉਹ ਸਭ ਤੋਂ ਪਵਿੱਤਰ ਆ, ਪਰ ਤੁਸੀਂ ਜੀ ਉਹਨਾਂ ਨੂੰ ਦੇਹਧਾਰੀ ਗੁਰੂ ਕਿਉਂ ਮੰਨਦੇ ਹੋ? ਮੈਂ ਇਸ ਵੀਡੀਓ ਦੇ ਮਾਧਿਅਮ ਨਾਲ, ਤੁਹਾਡੇ ਮਾਧਿਅਮ ਨਾਲ ਮੈਂ ਕਹਿੰਦਾ ਕਿ ਇਹ ਉਹ ਪਵਿੱਤਰਤਾ ਹੈ, ਇਹ ਉਹ ਪ੍ਰਾਪਤੀ ਹੈ, ਇਹ ਉਹ ਸਿਆਣਪ ਹੈ ਜਿਹੜੀ ਸਾਡੇ ਸਿੱਖਾਂ ਦੇ ਹਿੱਸੇ ਹੀ ਆਈ ਹੈ। ਅਸੀਂ ਆਪਦੇ ਫਲਸਫੇ ਨੂੰ ਇੰਨਾ ਪਵਿੱਤਰ ਮੰਨਦੇ ਹਾਂ ਕਿ ਸਾਨੂੰ ਸਾਡਾ ਫਲਸਫਾ ਜਿਉਂਦਾ ਜਾਗਦਾ ਲੱਗਦਾ।
ਸਾਡੇ ਗੁਰੂ ਸਾਹਿਬਾਨ ਨੇ ਕਿਹਾ, ਸਾਡੇ 10ਵੇਂ ਪਾਤਸ਼ਾਹੀ ਨੇ ਕਿਹਾ ਕਿ ਹੁਣ ਇਹ ਗੁਰੂ ਹੈ, ਇਹਦੇ ਤੋਂ ਸੇਧ ਲੈਣੀ ਹੈ। ਅਸੀਂ ਜੇ ਉਹਦੇ ਪ੍ਰਤੀ ਪਵਿੱਤਰਤਾ ਵਿਖਾ ਰਹੇ ਹਾਂ ਤਾਂ ਸਾਨੂੰ ਇਹਦੇ ਤੇ ਮਾਣ ਹੋਣਾ ਚਾਹੀਦਾ। ਇਹ ਚੰਗੀ ਗੱਲ ਹੈ, ਸਿੱਖ ਇਹਦੇ ਤੇ ਮਾਣ ਕਰਦੇ ਨੇ। ਸਿੱਖਾਂ ਦੇ ਲਈ ਇਸ ਤੋਂ ਪਵਿੱਤਰ ਕੁਝ ਵੀ ਨਹੀਂ ਹੈ। ਅਲੱਗ-ਅਲੱਗ ਡੇਰਿਆਂ ਨਾਲ ਅਲੱਗ-ਅਲੱਗ ਸਮੇਂ ਤੇ ਜਾਂ ਅਲੱਗ-ਅਲੱਗ ਜਿਹੜੇ ਅਖੌਤੀ ਡੇਰਾ ਮੁਖੀ ਜਾਂ ਗੁਰੂ ਨੇ, ਸਾਧ ਸ਼ਬਦ ਵਰਤ ਲਈਏ, ਉਹਨਾਂ ਨਾਲ ਸਿੱਖਾਂ ਦਾ ਸੰਘਰਸ਼ ਇਸ ਕਰਕੇ ਕਦੀ ਵੀ ਨਹੀਂ ਰਿਹਾ ਕਿ ਉਹ ਕੋਈ ਵੱਖਰੀ ਧਾਰਾ ਦਾ ਪ੍ਰਚਾਰ ਕਰਨ ਲੱਗ ਗਏ ਨੇ ਨਾ। ਕਦੋਂ ਕਨਫਲਿਕਟ ਆਏਗਾ? ਜਦੋਂ ਉਹ ਸਿੱਖਾਂ ਦੇ ਫਲਸਫੇ, ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪ ਪਵਿੱਤਰਤਾ ਜ਼ਾਹਿਰ ਕਰਨਗੇ। ਸਿੱਖ ਉਹਨੂੰ ਬਰਦਾਸ਼ਤ ਹੀ ਨਹੀਂ ਕਰਦਾ। ਸਿੱਖ ਦੇ ਲਈ ਧਰਮ ਹੈਗੇ ਨੇ ਜਿਨ੍ਹਾਂ ਦੇ ਲਈ ਉਹ ਪਵਿੱਤਰ ਕਿਤਾਬ ਹੈ, ਸਿੱਖ ਦੇ ਲਈ ਉਹ ਪਵਿੱਤਰ ਕਿਤਾਬ ਨਹੀਂ ਹੈ, ਉਸ ਤੋਂ ਉੱਪਰ ਦਾ ਰੁਤਬਾ। ਉਹਦੇ ਲਈ ਉਹ ਸਾਖਸ਼ਾਤ ਇਸ਼ਟ ਹੈ, ਸਾਖਸ਼ਾਤ ਰੱਬ ਹੈ। ਇਹ ਬੜੀ ਮਾਣ ਵਾਲੀ ਗੱਲ ਹੈ। ਇਹ ਪਵਿੱਤਰਤਾ ਗੁਰੂ ਸਾਹਿਬ ਨੇ ਸਿੱਖਾਂ ਨੂੰ ਦਿੱਤੀ, ਬਹੁਤ ਬਹੁਤ ਪਵਿੱਤਰਤਾ ਵਾਲੀ ਗੱਲ ਹੈ। ਪਰ ਸਮੱਸਿਆ ਹੈ, ਦਵੰਦ ਇੱਥੇ ਵੀ ਹੈ। ਅਸੀਂ ਜਦੋਂ ਸਿੱਖ ਦੀ ਪਰਿਭਾਸ਼ਾ ਘੜਦੇ ਹਾਂ, ਨਿੱਜੀ ਤੌਰ ਤੇ ਇੱਕ ਸਿੱਖ ਦੀ ਸ਼ਖਸੀਅਤ ਘੜਦੇ ਹਾਂ, ਇੱਕ ਸਿੱਖ ਦੀ ਮਰਿਆਦਾ ਘੜਨ ਦੀ ਕੋਸ਼ਿਸ਼ ਕਰਦੇ ਹਾਂ, ਸਿੱਖ ਕੌਮ ਦੀ ਮਰਿਆਦਾ ਘੜਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਦੂਸਰੇ ਜਿਹੜੇ ਫਲਸਫੇ ਨੇ ਉਹਨਾਂ ਦੇ ਫਰੇਮਵਰਕ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ। ਇਹ ਸਾਡਾ ਦਵੰਦ ਆ। ਫਲਾਣਾ ਅਸੀਂ ਉਹ ਇੰਨੇ % ਗਿਣਤੀ 'ਚ ਨੇ, ਅਸੀਂ ਇੰਨੇ % ਗਿਣਤੀ 'ਚ ਹਾਂ। ਸਾਡੇ ਫਲਸਫੇ, ਸਿੱਖਾਂ ਦੇ ਫਲਸਫੇ ਮੁਤਾਬਕ ਕੁਆਂਟੇਟਿਵ ਅਪਰੋਚ ਤਾਂ ਹੈ ਹੀ ਨਹੀਂ। ਹੋ ਸਕਦਾ ਇੱਕ ਵਕਤ ਸਿੱਖੀ ਤੇ ਪੂਰਾ ਉਤਰਨ ਵਾਲਾ ਇੱਕ ਵੀ ਨਾ ਹੋਏ ਜੋ ਸਿੱਖੀ ਮੰਗਦੀ ਹੈ। ਸਿੱਖੀ ਨੂੰ ਉਹ ਵੀ ਮਨਜ਼ੂਰ ਹੈ, ਜੇ ਮੈਂ ਗਲਤ ਨਹੀਂ ਤਾਂ ਗੁਰੂ ਨੂੰ ਉਹ ਵੀ ਮਨਜ਼ੂਰ ਹੈ। ਕੁਆਂਟੀਟੇਟਿਵ ਤਾਂ ਹੈ ਹੀ ਨਹੀਂ। ਅਸੀਂ ਕੁਆਂਟੀਟੇਟਿਵ ਫਰੇਮਵਰਕ ਲਾ ਲੈਂਦੇ ਹਾਂ। ਕਈ ਵਾਰੀ ਕੀ ਕਰਦੇ ਹਾਂ, ਅਸੀਂ ਜਿਹੜੀ ਪ੍ਰਾਈਵੇਟ ਲਾਈਫ ਦੀ ਮਰਿਆਦਾ ਜਦੋਂ ਸਿੱਖ ਦੀ ਬਣਾਉਣ ਲੱਗਦੇ ਹਾਂ, ਅਸੀਂ ਕਈ ਵਾਰੀ ਇਸਲਾਮ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ। ਸਾਡੇ 'ਚ ਆਹ ਸੁਣਨਾ ਗੁਨਾਹ ਹੈ, ਸਾਡੇ 'ਚ ਆਹ ਕਰਨਾ ਗੁਨਾਹ ਹੈ। ਅਸੀਂ ਸੇਧ ਕਿਹਦੇ ਤੋਂ ਲੈਣੀ ਹੈ ਇਸ ਚੀਜ਼ ਦੀ? ਅਸੀਂ ਆਪਦੇ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ, ਆਪਦੇ ਫਲਸਫੇ ਤੋਂ ਲੈਣੀ ਹੈ। ਅਸੀਂ ਭਟਕਣਾ ਚਾਂ, ਅਸੀਂ ਦੂਸਰੇ ਫਰੇਮਵਰਕਸ ਦੇ ਵਿੱਚ ਚਲੇ ਜਾਂਦੇ ਹਾਂ। ਜਦੋਂ ਇਸਲਾਮ ਆਉਂਦਾ ਭਾਰਤ ਵਿੱਚ, ਉੱਤਰੀ ਭਾਰਤ ਵਿੱਚ ਵੀ, ਜਦੋਂ ਸਿੱਖਿਜ਼ਮ ਦਾ ਤੇ ਸਿੱਖਾਂ ਦਾ ਡਾਇਲਾਗ ਹੁੰਦਾ, ਡਿਸਕੋਰਸ ਹੁੰਦਾ ਇਸਲਾਮ ਨਾਲ, ਤੇ ਸਾਨੂੰ ਸਾਡੀ ਪਹਿਚਾਣ ਦੱਸਣੀ ਪੈਂਦੀ ਹੈ ਕਿ ਅਸੀਂ ਆਹ ਹੁੰਦੇ ਹਾਂ, ਅਸੀਂ ਉਹਨਾਂ ਦਾ ਫਰੇਮਵਰਕ ਲੈਣਾ ਸ਼ੁਰੂ ਕਰ ਦਿੰਦੇ ਹਾਂ। ਕੱਪੜਿਆਂ ਵਾਲਾ, ਕੀ ਖਾਂਦੇ ਹਾਂ, ਕੀ ਪੀਣ ਵਾਲਾ, ਸਾਡਾ ਫਰੇਮਵਰਕ ਇਹਦੇ ਵਿੱਚ ਉਹ ਸ਼ਾਮਿਲ ਆ। ਪਰ ਸਾਡਾ ਫਰੇਮਵਰਕ ਇਸ ਤੋਂ ਬਹੁਤ ਉੱਪਰ ਹੈ, ਇਸ ਤੋਂ ਬੜਾ ਕੰਪਰੀਹੈਂਸਿਵ ਹੈ। ਅਸੀਂ ਉਹਨਾਂ ਤੋਂ ਲੈ ਲਿਆ। ਜਦੋਂ ਈਸਾਈ ਮਤ ਨਾਲ ਸਾਡਾ ਡਾਇਲਾਗ, ਸਾਡਾ ਡਿਸਕੋਰਸ ਹੋ ਰਿਹਾ, ਗੋਰੇ ਅੰਗਰੇਜ਼ ਆਉਂਦੇ ਨੇ 1849 1850 ਤੋਂ ਬਾਅਦ, ਅਸੀਂ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜਿਹੜੀ ਆਪਦੀ ਪਰਿਭਾਸ਼ਾ ਘੜਦੇ ਹਾਂ, ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਸਾਡੇ ਉੱਪਰ ਈਸਾਈ ਮਤ ਦੇ ਫਰੇਮਵਰਕ ਦਾ ਪ੍ਰਭਾਵ ਹੈ। ਅਸੀਂ ਉਦੋਂ ਆਪਦੀ ਨਿਰੋਲ ਪਰਿਭਾਸ਼ਾ ਤੋਂ, ਅਸੀਂ ਆਪਦੇ ਨਿਰੋਲ ਸਿਧਾਂਤਾਂ ਤੋਂ ਪਾਸੇ ਗਏ ਹਾਂ। ਤੀਸਰੀ ਜਿਹੜੀ ਚੀਜ਼ ਹੈ ਉਹ ਕੀ ਹੈ ਜੀ? ਪ੍ਰਚਾਰ ਤੇ ਪਸਾਰ। ਇੱਕ ਇਸ਼ਟ ਤੋਂ ਸ਼ੁਰੂ ਹੋ ਕੇ ਧਰਮ ਖਿੱਤਿਆਂ ਤੱਕ, ਦੇਸ਼ਾਂ ਵਿਦੇਸ਼ਾਂ ਤੱਕ ਜਾਂਦਾ। ਉਹ ਕਾਹਦੇ ਸਿਰ ਤੇ? ਪ੍ਰਚਾਰ ਤੇ ਪਸਾਰ ਦੇ ਸਿਰ ਤੇ ਜਾਂਦਾ। ਇਹਦੇ ਵਿੱਚ ਭੂਮਿਕਾ ਸਿੱਖੀ ਦੇ ਸੰਕਲਪ ਦੇ ਵਿੱਚ, ਸਿੱਖੀ ਦੇ ਸੰਦਰਭ ਦੇ ਵਿੱਚ ਭੂਮਿਕਾ ਕਿਹਦੀ ਹੈ? ਭੂਮਿਕਾ ਹੈ ਅਕਾਲੀਆਂ ਦੀ, ਭੂਮਿਕਾ ਹੈ ਗਿਆਨੀਆਂ ਦੀ। ਸਾਡੇ ਸਿੱਖਾਂ ਦੇ ਵਿੱਚ ਦੋ ਪਰੰਪਰਾਵਾਂ, ਦੋ ਸੰਪਰਦਾਇ ਨੇ, ਅਕਾਲੀ ਤੇ ਗਿਆਨੀ। ਮੈਂ ਮਾਫੀ ਚਾਹੂੰਗਾ ਜੇ ਕੋਈ ਅਕਾਲੀ ਸੰਪਰਦਾਇ ਵਾਲੇ ਜਾਂ ਗਿਆਨੀ ਸੰਪਰਦਾਇ ਵਾਲੇ ਮੇਰੀ ਇਸ ਗੱਲ ਨੂੰ ਸੁਣ ਕੇ ਰੋਸ ਵਿੱਚ ਆਉਣ ਜਾਂ ਉਹਨਾਂ ਨੂੰ ਦੁੱਖ ਪ੍ਰਗਟ ਹੋਏ, ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੇ। ਪਰ ਮੈਂ ਇੱਕ SGPC ਦੀ ਭਾਸ਼ਾ ਮੁਤਾਬਕ ਮੈਂ ਪਤਿਤ ਸਿੱਖ ਹਾਂ। ਜੇ ਤੁਸੀਂ ਮੇਰੇ ਤੋਂ ਮੇਰੀ ਪਰਿਭਾਸ਼ਾ ਪੁੱਛੋ, ਮੇਰੀ ਔਕਾਤ ਹੀ ਨਹੀਂ ਆਪਦੇ ਨਾਲ ਪਤਿਤ ਸਿੱਖ ਵੀ ਲਾਉਣ ਦੀ। ਮੈਂ ਸਿੱਖ ਤੋਂ ਬਹੁਤ ਨੀਵਾਂ ਜੇ। ਪਤਿਤ ਸਿੱਖ ਵੀ ਮੇਰੀ ਬੜੀ ਵੱਡੀ, ਤੁਸੀਂ ਮੈਨੂੰ ਵੱਡਾ ਵੱਡਾ ਟੈਗ ਦੇ ਦੋਗੇ, ਮੈਨੂੰ ਇਹ ਲੱਗਦਾ ਉਹ ਮੇਰੇ ਲਈ ਬੜਾ ਪਵਿੱਤਰ ਹੋ ਜਾਏਗਾ ਜੇ ਮੇਰੇ ਨਾਲ ਸਿੱਖ ਲੱਗ ਜਾਏਗਾ। ਮੈਂ ਇਹਨੇ ਜੋਗਾ ਨਹੀਂ। ਇਹਦੇ ਬਾਵਜੂਦ ਮੈਂ ਕਹਿਣਾ ਚਾਹੁੰਦਾ ਕਿ ਦੋਨੋਂ ਹੀ ਅਕਾਲੀ ਤੇ ਗਿਆਨੀ ਪ੍ਰਚਾਰ ਤੇ ਪਸਾਰ ਵਾਲੇ ਮਾਮਲੇ ਦੇ ਵਿੱਚ ਪਛੜ ਚੁੱਕੇ ਨੇ।
ਅਕਾਲੀ ਦੀ ਜੋ ਪਰਿਭਾਸ਼ਾ 20ਵੀਂ ਸਦੀ ਤੋਂ ਗੁਰਦੁਆਰਾ ਸੁਧਾਰ ਅੰਦੋਲਨ ਤੋਂ ਪਹਿਲਾਂ ਦੀ ਸੀ, ਉਹ ਬਦਲ ਚੁੱਕੀ ਹੈ। ਉਹ ਗੁਰਦੁਆਰਾ ਸੁਧਾਰ ਅੰਦੋਲਨ 'ਚ ਬਦਲ ਗਈ। ਤੇ ਹੁਣ ਜਿਹੜੀ ਇਹ ਭਾਈ ਸਾਹਿਬ ਜੀ ਦਾ ਮੈਂ ਨਾਮ ਨਹੀਂ ਜਾਣਦਾ, ਇਹਨਾਂ ਨੇ ਰਲਦੀ ਮਿਲਦੀ ਗੱਲ ਹੀ ਮੇਰੇ ਪਹਿਲਾਂ ਹੀ ਕਰ ਦਿੱਤੀ ਹੈ ਕਿ ਹੁਣ ਜਿਹੜੇ ਅਕਾਲੀ, ਜਿਹੜਾ ਅਕਾਲੀ ਟੈਗ, ਜਿਹੜਾ ਅਕਾਲੀ ਤਖੱਲੁਸ ਜਾਂ ਅਕਾਲੀ ਜਿਹੜਾ ਟਾਈਟਲ ਜਿਹੜਾ ਲੱਗਦਾ ਹੈ, ਉਹਦੀ ਪਰਿਭਾਸ਼ਾ ਉਹ ਬਿਲਕੁਲ ਹੀ ਬਦਲ ਚੁੱਕੀ ਹੈ। ਉਹ ਬਿਲਕੁਲ ਹੀ ਬਦਲ ਚੁੱਕੀ ਹੈ। ਮੇਰੇ ਪੜਦਾਦਾ ਜੀ ਸਰਦਾਰ ਰਜੈਬ ਸਿੰਘ ਦਿਓ ਕਲਾਂ, ਉਹ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦ ਨੇ। ਮੇਰੀ ਪੜਦਾਦੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੈਨਸ਼ਨ ਲੱਗੀ ਰਹੀ ਹੈ ਜੀ, ਸ਼ਹੀਦਾਂ ਦੀ ਪੈਨਸ਼ਨ। ਤੇ ਮੈਂ ਉਹਦਾ ਕੋਈ ਤੁਹਾਡੇ ਤੋਂ ਉਹ ਨਹੀਂ ਲੈ ਰਿਹਾ, ਮੇਰੇ ਪੱਲੇ ਕੁਛ ਨਹੀਂ, ਮੈਂ ਛੱਤਰ ਵਰਗਾ ਵੀ ਨਹੀਂ ਮੈਨੂੰ ਲੱਗਦਾ ਮੇਰੇ ਪੜਦਾਦੇ ਦੇ। ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਅਕਾਲੀ, ਮੈਂ ਦੇਖ ਸਕਦਾ ਅਕਾਲੀ ਨਿੱਗਰਦੇ ਕਿੱਥੋਂ ਤੱਕ ਨਿੱਗਰ ਆਏ ਨੇ। ਇਹ ਗੱਲ ਮੈਂ ਤਾਂ ਵੀਡੀਓ ਦੇ ਮਾਧਿਅਮ ਕਹਿ ਰਿਹਾ, ਕਿਸੇ ਅਕਾਲੀ ਨੂੰ ਗੁੱਸਾ ਨਾ ਲੱਗੇ ਵੀ ਅਕਾਲੀਆਂ ਬਾਰੇ ਕਹਿ ਰਿਹਾ। ਮੈਂ ਅਕਾਲੀ ਪੁਣਾ ਆਪਦੇ ਮੋਢਿਆਂ ਤੇ ਪਿੱਛੇ ਚੁੱਕੀ ਫਿਰਦਾ। ਮੇਰਾ ਪੜਦਾਦਾ ਸ਼ਹੀਦ ਹੈ ਤੇ ਮੈਂ ਫਿਰ ਮੇਰਾ ਦਾਦਾ ਤੇ ਫਿਰ ਮੇਰਾ ਪਿਓ ਤੇ ਹੁਣ ਮੇਰਾ ਪੜਦਾਦਾ ਹੀ ਇੱਥੇ ਖੜਾ। ਮੈਂ ਤਾਂ ਇਹ ਗੱਲ ਕਹਿ ਰਿਹਾ। ਪ੍ਰਚਾਰ ਤੇ ਪਸਾਰ ਪਛੜ ਚੁੱਕਿਆ ਹੈ। ਗਿਆਨੀ ਆਪਣੀ ਭੂਮਿਕਾ ਨਿਭਾਉਣ ਤੋਂ ਬਹੁਤ ਪਿੱਛੇ ਪੈ ਚੁੱਕੇ ਆ। ਆਜ਼ਾਦੀ ਦੇ ਪਹਿਲਾਂ ਇਹ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋਈਆਂ। ਮੈਂ ਇਹਨਾਂ ਚੀਜ਼ਾਂ ਤੇ ਆਊਂਗਾ। ਸਿੱਖਾਂ ਦੀ ਤਾਂ ਗਿਣਤੀ ਘੱਟ ਹੈ ਜੀ, ਸਿੱਖ ਕੀ ਕਰਨਗੇ ਜੀ? ਠੀਕ ਹੈ, ਇਹ ਚਿੰਤਾ ਬਣਦੀ ਹੈ। 1954-55 ਤੋਂ ਅਕਾਲੀ ਦਲ ਨੇ ਅੰਦੋਲਨ ਕੀਤਾ ਪੰਜਾਬੀ ਸੂਬੇ ਦਾ। ਉਹਨੂੰ ਪੰਜਾਬੀ ਸੂਬਾ ਕਹਿ ਕੇ ਕੀਤਾ। ਮੇਰੇ ਹਿਸਾਬ ਨਾਲ ਇਹ ਕੋਈ ਗੈਰ ਕਾਨੂੰਨੀ ਜਾਂ ਅਸਿਧਾਂਤਕ ਨਹੀਂ ਸੀ ਜੇ ਉਹਨੂੰ ਇਹ ਕਹਿ ਕੇ ਸ਼ਰੇਆਮ ਕੀਤਾ ਜਾਂਦਾ ਕਿ ਸਿੱਖਾਂ ਨੂੰ ਟੈਰੀਟਰੀ ਮਿਲਣੀ ਚਾਹੀਦੀ ਹੈ ਜਿੱਥੇ ਉਹ ਆਪਦੀ ਪੋਲੀਟੀਕਲ ਆਟੋਨੋਮੀ ਹੰਢਾ ਸਕਣ। ਕਿਉਂਕਿ ਜੇ ਮੁਸਲਮਾਨ ਲਈ ਪਾਕਿਸਤਾਨ ਹੋ ਸਕਦਾ, ਜੇ ਹਿੰਦੂ ਬਹੁ ਗਿਣਤੀ ਲਈ ਹਿੰਦੁਸਤਾਨ ਹੋ ਸਕਦਾ, ਤਾਂ ਇਹ ਸੈਪਰੇਟ ਨਹੀਂ ਹੈ। ਮੈਂ ਸੈਪਰੇਟਿਜ਼ਮ ਦੀ ਗੱਲ ਨਹੀਂ ਕਰ ਰਿਹਾ, ਮੈਂ ਸੈਸੇਸ਼ਨਿਜ਼ਮ ਦੀ ਗੱਲ ਨਹੀਂ ਕਰ ਰਿਹਾ। ਮੈਂ ਕਹਿ ਰਿਹਾ ਕਿ ਜਿੱਥੇ ਇੱਕ ਕਮਿਊਨਿਟੀ ਕੋਲੇ ਇੱਕ ਟੈਰੀਟਰੀ ਹੋਵੇ, ਜਿੱਥੇ ਉਹਦੀ ਆਟੋਨੋਮੀ ਹੋਏ। ਜਦੋਂ ਪੰਜਾਬੀ ਸੂਬਾ ਬਣ ਜਾਂਦਾ ਤੇ ਉਹ ਪੰਜਾਬੀ ਸੂਬਾ ਸਿੱਖ ਬਹੁ ਗਿਣਤੀ ਸੂਬਾ ਬਣ ਜਾਂਦਾ। ਪ੍ਰਾਪਤੀ ਪਤਾ ਕੀ ਕਹਿ ਕੇ ਗਿਣਾਈ ਗਈ? ਮੈਂ ਪ੍ਰਚਾਰ ਤੇ ਪਸਾਰ ਦੇ ਸੰਦਰਭ 'ਚ ਕਹਿ ਰਿਹਾ। ਪ੍ਰਾਪਤੀ ਇਹ ਕੀਤੀ ਗਈ ਕਿ ਸਿੱਖ ਧਰਮ, ਕਿਉਂਕਿ ਸਿੱਖ ਘੱਟ ਗਿਣਤੀ 'ਚ ਨੇ, ਸਿੱਖ ਆਇਡੈਂਟੀਟੀ ਨੂੰ ਬਹੁ ਗਿਣਤੀ ਦੀ ਆਇਡੈਂਟੀਟੀ ਤੋਂ ਖਤਰਾ ਹੋ ਸਕਦਾ ਸੀ। ਇਹੀ ਹੈ ਨਾ, ਅਸੀਂ ਮੈਜੋਰਿਟੀ 'ਚ ਹੋ ਜਾਈਏ ਜਿੱਥੇ ਅਸੀਂ ਆਪਦਾ ਬਚਾਅ ਰੱਖੀਏ। ਜਦੋਂ ਅਸੀਂ ਇਹ ਸੋਚ ਰਹੇ ਹਾਂ, ਅਸੀਂ ਘੱਟੋ ਘੱਟ ਬਾਬੇ ਨਾਨਕ ਦੇ ਸਿੱਖ ਤਾਂ ਹੈ ਨਹੀਂ। ਬਾਬਾ ਤਾਂ ਇਕੱਲਾ ਹੀ ਚੱਲਿਆ ਸੀ। ਜੋ ਵੀ ਇਹ ਸੋਚ ਲੈਂਦਾ ਵੀ ਮੈਂ ਤਾਂ ਜ਼ਿਆਦਾ ਘੱਟ ਗਿਣਤੀ ਹੈ, ਮੈਂ ਤਾਂ ਇਕੱਲਾ ਹੀ ਹਾਂ। ਸਾਡੇ ਫਲਸਫੇ 'ਚ, ਸਾਡੇ ਸਿਧਾਂਤ ਦੇ ਵਿੱਚ ਇੰਨੀ ਕੁ ਤਾਕਤ ਹੈ ਕਿ ਜਿਹੜਾ ਉਹ ਰਾਜ ਕਰੇਗਾ ਖਾਲਸਾ, ਤੇ ਖਾਲਸਾ ਜੀ ਕਾ ਬੋਲਬਾਲਾ ਉਹ ਇਕੱਲੇ ਪੰਜਾਬ ਲਈ ਨਹੀਂ ਹੈ, 1966 ਤੋਂ ਬਾਅਦ ਵਾਲੇ ਪੰਜਾਬ ਲਈ ਨਹੀਂ ਹੈ, ਉਹ ਸਾਰੀ ਦੁਨੀਆ ਲਈ ਹੈ, ਉਹ ਬ੍ਰਹਿਮੰਡ ਲਈ ਹੈ। ਮੈਂ ਉਸ ਚੀਜ਼ ਤੇ ਆਊਂਗਾ। ਅਸੀਂ ਉਹਨੂੰ ਰਿਸਟ੍ਰਿਕਟ ਕਰ ਲਿਆ ਵੀ ਅਸੀਂ ਸਿੱਖੀ ਨੂੰ ਇੱਥੇ ਕਿ ਜੇ ਬਚਾ ਕੇ ਰੱਖ ਲਈਏ ਨਾ ਬੜੀ ਵੱਡੀ ਪ੍ਰਾਪਤੀ ਹੈ। ਨਹੀਂ ਜੀ, ਅਸੀਂ ਇਹਨੂੰ ਆਪਦੇ ਇੱਕ ਧਰਾਤਲ ਵਜੋਂ, ਇੱਕ ਆਪਦੇ ਵਿਚਾਰਧਾਰਾਤਮਕ, ਇੱਕ ਪੰਥਕ ਕਿਲੇ ਵਜੋਂ ਵਰਤਣਾ ਸੀ ਇਸ ਜਗ੍ਹਾ ਨੂੰ। ਤੇ ਇੱਥੋਂ ਅਸੀਂ ਆਪਦਾ ਪ੍ਰਚਾਰ ਤੇ ਪਸਾਰ ਹਿਮਾਚਲ, ਹਰਿਆਣਾ, ਯੂਪੀ, ਸਾਊਥ, ਈਸਟ, ਵੈਸਟ ਸਾਰੇ ਪਾਸੇ ਲੈ ਕੇ ਜਾਣਾ ਸੀ। ਨਹੀਂ ਲੈ ਕੇ ਗਏ। ਇਹ ਡਰ, ਇਹ ਦਵੰਦ ਆ, ਇਹ ਡਰ ਤੁਹਾਡੇ ਦਿਮਾਗ 'ਚ ਹੈ। ਫਲਸਫੇ ਦੇ ਵਿੱਚ ਕੋਈ ਊਣਤਾਈ ਨਹੀਂ ਹੈ, ਸਿਧਾਂਤ ਵਿੱਚ ਕੋਈ ਊਣਤਾਈ ਨਹੀਂ ਹੈ। ਪ੍ਰਚਾਰ ਤੇ ਪਸਾਰ ਦੀ ਤੁਸੀਂ ਬਾਉਂਡਰੀ ਬਣਾ ਕੇ ਬੈਠ ਗਏ ਹੋ। ਇਹ ਬਾਉਂਡਰੀ ਖਤਰਨਾਕ ਹੈ। ਇਸ ਬਾਉਂਡਰੀ ਤੋਂ ਬਾਹਰ ਲੈ ਕੇ ਜਾਣਾ ਪਏਗਾ ਪ੍ਰਚਾਰ ਤੇ ਪਸਾਰ। ਅਗਲੀ ਚੀਜ਼, ਸਾਡੀਆਂ ਸੰਸਥਾਵਾਂ ਅਕਾਲੀ ਸੰਪਰਦਾਇ, ਗਿਆਨੀ ਸੰਪਰਦਾਇ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਪਵਿੱਤਰ ਤਖਤ ਸਾਹਿਬ, ਇਹਨਾਂ ਨੇ ਸੇਧ ਦੇਣੀ ਸੀ ਵਿਅਕਤੀਗਤ ਤੌਰ ਤੇ ਵੀ ਸਿੱਖ ਨੂੰ, ਇਹਨਾਂ ਨੇ ਸੇਧ ਦੇਣੀ ਸੀ ਸਮਾਜਿਕ ਤੌਰ ਤੇ ਵੀ ਸਿੱਖ ਨੂੰ, ਤੇ ਇਹਨਾਂ ਸੰਸਥਾਵਾਂ ਨੇ ਸੇਧ ਦੇਣੀ ਸੀ ਰਾਜਨੀਤਿਕ ਆਗੂਆਂ ਨੂੰ ਤੇ ਰਾਜਨੀਤਿਕ ਦਲਾਂ ਨੂੰ। ਹੋ ਉਲਟ ਗਿਆ। ਰਾਜਨੀਤਿਕ ਆਗੂ ਤੇ ਰਾਜਨੀਤਿਕ ਦਲ ਜਿਹੜੇ ਨੇ ਉਹ ਸੇਧ ਦੇ ਰਹੇ ਨੇ ਸਾਡੀਆਂ ਸੰਸਥਾਵਾਂ ਨੂੰ। ਇਹ ਦਵੰਦ ਹੈ ਸਿੱਖੀ ਦੀਆਂ ਸੰਸਥਾਵਾਂ ਦਾ, ਇਹ ਦਵੰਦ ਹੈ। ਅਗਲੀ ਮੇਰੀ ਬੇਨਤੀ, ਅਸੀਂ ਜਦੋਂ ਐਥਨੀਸਿਟੀ ਦਾ ਕਨਸੈਪਟ ਘੜਦੇ ਹਾਂ, ਸਿੱਖ ਜਦੋਂ ਕੌਮ ਦਾ ਕਨਸੈਪਟ ਘੜਦਾ, ਉਹ ਦੂਸਰੇ ਫਰੇਮਵਰਕਸ ਤੋਂ ਪ੍ਰਭਾਵਿਤ ਹੋ ਜਾਂਦਾ। ਉਹ ਐਕਸਕਲੂਜ਼ਨ ਵਾਲਾ ਫਰੇਮਵਰਕ,
ਆਪਣੇ ਆਪ ਨੂੰ ਅਲੱਗ ਕਰਨ ਵਾਲਾ, ਦੂਜਿਆਂ ਨੂੰ ਅਲੱਗ ਕਰਨ ਵਾਲਾ ਫਰੇਮਵਰਕ ਬਣਾ ਲੈਂਦਾ। ਮੈਂ ਬਿਲਕੁਲ ਹੋਸ਼ੋ ਹਵਾਸ 'ਚ ਕਹਿ ਰਿਹਾ, ਉਸਦਾ ਮੈਂ ਤੁਹਾਡੇ ਵਿਚਾਰਾਂ ਨਾਲ ਮੈਂ ਬਿਲਕੁਲ ਤੁਹਾਡੇ ਵਿਚਾਰਾਂ ਮੁਤਾਬਕ ਮੈਂ ਗਲਤ ਹੋਵਾਂ, ਪਰ ਮੈਂ ਆਪਦੀ ਗੱਲ ਫਿਰ ਵੀ ਰੱਖੂੰਗਾ ਕਿ ਜੋ ਸਿੱਖੀ ਦਾ ਕੌਮ ਦਾ ਸੰਕਲਪ ਹੈ ਉਹ ਇਸਲਾਮ ਵਾਲਾ ਜਾਂ ਈਸਾਈ ਮਤ ਵਾਲਾ ਨਹੀਂ ਹੈ। ਉਹ ਧਰਮ ਵਿਸਤਾਰਵਾਦੀ ਨੇ। ਉਹਨਾਂ ਕਈ ਧਰਮ ਉਹ ਨੇ, ਮੈਂ ਕਿਸੇ ਧਰਮ ਵਿਸ਼ੇਸ਼ ਦੇ ਨਿਰਾਦਰ 'ਚ ਨਹੀਂ ਪੈਣਾ ਚਾਹੁੰਦਾ। ਕੋਈ ਧਰਮ ਵਿਸ਼ੇਸ਼ ਇਹ ਹੁੰਦੇ ਨੇ ਜਿਹੜੇ ਮੰਨ ਕੇ ਚੱਲਦੇ ਆ ਕਿ ਪੰਥ ਜਾਂ ਧਰਮ ਜਾਂ ਰਿਲੀਜਨ ਇਹ ਹੈ ਜੋ ਅਸੀਂ ਕਹਿ ਰਹੇ ਹਾਂ, ਦੂਸਰੇ ਅਜੇ ਉਸ ਮਰਿਆਦਾ ਤੱਕ ਤੱਕ ਨਹੀਂ ਪਹੁੰਚੇ, ਉਹਨਾਂ ਨੂੰ ਅਸੀਂ ਆਪਦੇ ਵਿੱਚ ਸ਼ਾਮਿਲ ਕਰਾਂਗੇ ਤਾਂ ਪਹੁੰਚਣਗੇ। ਕੋਈ ਕਹਿੰਦੇ ਉਹ ਸ਼ੈਟਨ ਨੇ, ਕੋਈ ਕਹਿੰਦੇ ਉਹ ਕਾਫਰ ਨੇ ਜੋ ਸਾਡੇ ਵਰਗੇ ਨਹੀਂ ਗੇ। ਸਿੱਖ ਦਾ ਕੌਮੀਅਤ ਦਾ ਕਨਸੈਪਟ ਇਹ ਨਹੀਂ ਹੈ। ਨਾ ਤਾਂ ਕਰਤਾਰਪੁਰ ਸਾਹਿਬ ਦੇ ਵਿੱਚ ਕੋਈ ਇਸ ਤਰ੍ਹਾਂ ਕੀਤਾ ਗਿਆ ਕਿ ਇੱਧਰ ਆ ਕੇ ਬੈਠ ਜਾਓ ਤੇ ਉਹ ਉੱਧਰ ਜਾ ਕੇ ਚਲੇ ਜਾਓ, ਵੀ ਮੁਸਲਮਾਨ ਤੇ ਹਿੰਦੂ ਹੋਰ ਹੁੰਦੇ ਨੇ, ਉਹ ਪਾਸੇ ਚਲੇ ਜਾਓ। ਕਿਸੇ ਵੀ ਗੁਰੂ ਸਾਹਿਬ ਦੇ ਵਿੱਚ ਇਹ ਨਹੀਂ ਹੈ। ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਅੱਜ ਦੀ ਅਸੀਂ ਹੁਣ ਜਿਹੜਾ ਕਈ ਵਾਰੀ ਮੈਂ ਦੇਖਦਾ, ਸਾਨੂੰ ਜੀ ਆਹ ਚਾਹੀਦਾ, ਸਾਨੂੰ ਇੱਕ ਆਹ ਰਾਜ ਚਾਹੀਦਾ, ਉਹ ਰਾਜ ਚਾਹੀਦਾ, ਉਹਦੇ ਅਲੱਗ-ਅਲੱਗ ਨਾਮ ਵੀ ਰੱਖੇ ਹੋਏ ਨੇ। ਅਨੰਦਪੁਰ ਸਾਹਿਬ ਦੇ ਵਿੱਚ ਇਹੋ ਜਿਹਾ ਕੋਈ ਸੰਕਲਪ ਨਹੀਂ ਹੈ ਕਿ ਉੱਥੇ ਸਿੱਖ ਹੀ ਮੈਜੋਰਿਟੀ 'ਚ ਨੇ ਜਾਂ ਇਕੱਲੇ ਸਿੱਖ ਹੀ ਨੇ। ਹਿੰਦੂ ਬਾਹਰ ਚਲੇ ਜਾਓ, ਮੁਸਲਮਾਨ ਬਾਹਰ ਚਲੇ ਜਾਓ, ਜਾਂ ਅਸੀਂ ਅਲੱਗ ਕਰ ਲਈਏ। ਮੈਨੂੰ ਨਹੀਂ ਪਤਾ, ਜਿੰਨਾ ਕੁ ਮੈਂ ਇਤਿਹਾਸ ਪੜ੍ਹਿਆ, ਕਿ ਉਹ ਕਿਸ ਸੰਕਲਪ ਹੈ। ਜਿਹੜਾ ਅਸੀਂ ਕੌਮੀਅਤ ਦਾ ਸੰਕਲਪ ਲੈਣਾ, ਇੱਕ ਤਾਂ ਅਸੀਂ ਆਪਦੀ ਫਿਲਾਸਫੀ ਤੋਂ ਲੈਣਾ। ਸਾਡੇ ਫਲਸਫੇ ਦੇ ਵਿੱਚ ਸਾਡੇ ਜਿਹੜੇ ਗੁਰੂ ਮੌਜੂਦਾ, ਸਾਡੇ ਗੁਰੂ ਗ੍ਰੰਥ ਸਾਹਿਬ, ਉਹਨਾਂ ਦੇ ਵਿੱਚ ਤਾਂ ਭਗਤ ਰਵਿਦਾਸ ਜੀ ਨੇ, ਉਹਨਾਂ ਦੇ ਵਿੱਚ ਭਗਤ ਨਾਮਦੇਵ ਜੀ ਵੀ ਨੇ, ਉਹਨਾਂ 'ਚ ਭਗਤ ਕਬੀਰ ਜੀ ਵੀ ਨੇ। ਉਹਨਾਂ ਦੇ ਵਿੱਚ ਤਾਂ ਬ੍ਰਾਹਮਣ ਜਿਹੜੇ ਆਪਣੀ ਬ੍ਰਾਹਮਣ ਆਇਡੈਂਟੀਟੀ ਲੈ ਕੇ ਆਏ, ਪਵਿੱਤਰ ਭੱਟ, ਉਹ ਵੀ ਨੇ। ਅਸੀਂ ਕੀ ਉਸ ਤਰ੍ਹਾਂ ਦਾ ਕੌਮੀਅਤ ਦਾ ਕਨਸੈਪਟ ਘੜ ਸਕਦੇ ਹਾਂ ਜਿਹੋ ਜਿਹਾ ਅਸੀਂ ਘੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿ ਅਸੀਂ ਤੇ ਤੁਸੀਂ ਵਾਲਾ? ਇਹ ਸੋਚਣ ਵਾਲੀ ਗੱਲ ਆ। ਇਹ ਤਾਂ ਹੋ ਗਿਆ ਫਲਸਫਾ। ਸੰਸਥਾਵਾਂ 'ਚ ਸਾਡੀ ਸਿੱਖਾਂ ਦੀ ਸਭ ਤੋਂ ਪਵਿੱਤਰ ਸੰਸਥਾ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ, ਉਹਦੀ ਇੱਟ ਹੀ ਮੁਸਲਿਮ ਫਕੀਰ ਨੇ ਰੱਖੀ ਹੈ, ਸਾਈਂ ਮੀਆਂ ਮੀਰ ਜੀ ਨੇ। ਕੀ ਕਰਾਂਗੇ? ਸਾਡਾ ਉਹ ਕਨਸੈਪਟ ਹੋ ਸਕਦਾ? ਸਾਡੇ ਇਤਿਹਾਸ ਦੇ ਵਿੱਚ ਕਰਤਾਰਪੁਰ ਸਾਹਿਬ, ਅਨੰਦਪੁਰ ਸਾਹਿਬ ਅਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਖਾਲਸਾ ਰਾਜ ਆਪਾਂ ਕਹਿੰਦੇ, ਉਹਦੇ ਵਿੱਚ ਨਾ ਤਾਂ ਮੈਜੋਰੀਟੇਰੀਅਨ ਰੂਲ ਦਾ ਕੋਈ ਕਨਸੈਪਟ ਹੈ। ਸਿੱਖ ਤੀਜੇ ਨੰਬਰ ਦੀ ਮਾਈਨੋਰਿਟੀ ਹੈ ਖਾਲਸਾ ਰਾਜ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ 'ਚ। ਮੇਰੀ ਜਾਣਕਾਰੀ, ਮੇਰੀ ਸਮਝ, ਮੇਰੀ ਪੜ੍ਹਾਈ ਦੇ ਮੁਤਾਬਕ ਕਿਸੇ ਹਿੰਦੂ ਸਰਦਾਰ, ਕਿਸੇ ਹਿੰਦੂ ਰਾਜੇ, ਕਿਸੇ ਮੁਸਲਿਮ ਜ਼ਿਮੀਂਦਾਰ, ਕਿਸੇ ਮੁਸਲਿਮ ਰਾਜੇ ਦਾ ਕੋਈ ਵਿਰੋਧ ਇਸ ਕਰਕੇ ਵੱਲੋਂ ਕੋਈ ਵਿਰੋਧ ਖਾਲਸਾ ਰਾਜ ਦੇ ਖਿਲਾਫ ਇਸ ਕਰਕੇ ਨਹੀਂ ਆਇਆ ਇਹ ਸਾਡਾ ਰਾਜ ਨਹੀਂ ਗਾ। ਮੈਂ ਨਹੀਂ ਪੜ੍ਹਿਆ ਕਿ ਸਾਡਾ ਰਾਜ ਨਹੀਂ ਗਾ, ਜਾਂ ਕਿ ਇਹੋ ਜਿਹੀਆਂ ਲਿਖਤਾਂ ਮਿਲਦੀਆਂ ਹੋਣ ਕਿ ਸਾਡਾ ਮੈਜੋਰੀਟੇਰੀਅਨ ਰਾਜ ਆ ਗਿਆ। ਮੇਰੀ ਬੇਨਤੀ ਇਹ ਕਿ ਨਾ ਤਾਂ ਸਾਡੇ ਫਲਸਫੇ ਦੇ ਵਿੱਚ, ਨਾ ਸਾਡੀਆਂ ਸੰਸਥਾਵਾਂ ਦੇ ਵਿੱਚ, ਨਾ ਸਾਡੇ ਇਤਿਹਾਸ ਦੇ ਵਿੱਚ ਇਹ ਕੌਮੀਅਤ ਨਹੀਂ ਹੈ। ਕੌਮੀਅਤ ਦੋ ਤਰ੍ਹਾਂ ਦੀ ਹੈ। ਮੈਂ ਜ਼ਿਆਦਾ ਸਮਾਂ ਨਾ ਲਵਾਂ, 40-45 ਮਿੰਟ ਮੈਨੂੰ ਮਿਲੇ ਸੀ, 10 ਮਿੰਟ ਮਿਲਿਆ ਸੀ, 5-7 ਕੌਮੀਅਤ ਵਿਦਿਆਰਥੀਓ, ਖੁਜਾਰਥੀਓ ਯਾਦ ਰੱਖਿਓ, ਕੌਮੀਅਤ ਦੀਆਂ ਦੋ ਕਿਸਮਾਂ ਹੁੰਦੀਆਂ ਨੇ। ਅੰਗਰੇਜ਼ੀ 'ਚ ਪਹਿਲਾਂ ਮੈਂ ਦੱਸ ਦਿਆਂ, ਇੱਕ ਹੁੰਦਾ ਹੋਮੋਜੇਨਸ ਨੈਸ਼ਨਲਿਜ਼ਮ, ਇੱਕ ਹੁੰਦਾ ਕਮਿਊਨਿਟੇਰੀਅਨ ਨੈਸ਼ਨਲਿਜ਼ਮ। ਹੋਮੋਜੇਨਸ ਨੈਸ਼ਨਲਿਜ਼ਮ ਕੀ ਹੁੰਦਾ? ਹੋਮੋਜੀਨਸ ਹੁੰਦਾ ਇਕਸਾਰਤਾ ਵਾਲਾ। ਹੋਮੋਜੀਨਸ ਨੈਸ਼ਨਲਿਜ਼ਮ ਉਹ ਹੁੰਦਾ ਜਿਹੜਾ ਇਹ ਕਹਿੰਦਾ ਹੈ ਕਿ ਸਾਰਿਆਂ ਦਾ ਧਰਮ ਇੱਕ ਤਰ੍ਹਾਂ ਦਾ ਹੋਏਗਾ ਇੱਕ ਨੇਸ਼ਨ ਦੇ ਵਿੱਚ, ਸਾਰਿਆਂ ਦੀ ਬੋਲੀ ਇੱਕੋ ਜਿਹੀ ਹੋਏਗੀ, ਸਾਰਿਆਂ ਦੇ ਖਾਣੇ ਇੱਕੋ ਜਿਹੇ ਹੋਣਗੇ, ਸਾਰਿਆਂ ਦੇ ਕੱਪੜੇ ਇੱਕੋ ਜਿਹੇ ਹੋਣਗੇ, ਸਾਰਿਆਂ ਦੀ ਵਿਚਾਰਧਾਰਾ ਇੱਕੋ ਜਿਹੀ ਹੋਏਗੀ। ਵੈਸਟ ਦੇ ਕਈ ਦੇਸ਼ਾਂ ਦੇ ਵਿੱਚ ਇਹ ਹੈ। ਇੱਕ ਧਰਮ, ਇੱਕ ਭਾਸ਼ਾ, ਇੱਕ ਤਰ੍ਹਾਂ ਦੀ ਸੱਭਿਆਚਾਰ। ਦੂਸਰੇ ਤਰ੍ਹਾਂ ਵਾਲਾ ਭਲਾ ਕੀ ਹੁੰਦਾ? ਉਹ ਹੁੰਦਾ ਜੀ ਕਮਿਊਨਿਟੇਰੀਅਨ ਨੈਸ਼ਨਲਿਜ਼ਮ, ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਕਮਿਊਨਿਟੀਜ਼, ਅਲੱਗ-ਅਲੱਗ ਤਰ੍ਹਾਂ ਦੀਆਂ ਕੌਮਾਂ ਰਹਿ ਰਹੀਆਂ ਨੇ। ਕਿਸੇ ਦਾ ਕੋਈ ਧਰਮ ਹੈ, ਕਿਸੇ ਦੀ ਕੋਈ ਆਸਥਾ ਹੈ, ਕਿਸੇ ਦੀ ਕੋਈ ਭਾਸ਼ਾ ਹੈ, ਕਿਸੇ ਦੇ ਕੋਈ ਕੱਪੜੇ ਹਨ, ਪਰ ਉਹਨਾਂ ਸਾਰਿਆਂ ਦੇ ਵਿੱਚ ਇੱਕ ਹੀ ਰਾਜਨੀਤਿਕ ਸੰਕਲਪ ਹੈ। ਉਹਨਾਂ ਸਾਰਿਆਂ ਦਾ ਰਾਜਨੀਤਿਕ ਸੰਕਲਪ ਇੱਕੋ ਹੀ ਹੈ। ਮੈਨੂੰ ਇਹ ਲੱਗਦਾ ਹੈ ਕਿ ਸਿੱਖੀ ਫਲਸਫੇ ਮੁਤਾਬਕ, ਸਿੱਖ ਸਿਧਾਂਤ ਮੁਤਾਬਕ, ਸਿੱਖ ਸੰਸਥਾਵਾਂ ਮੁਤਾਬਕ, ਸਿੱਖ ਇਤਿਹਾਸ ਮੁਤਾਬਕ ਜਿਹੜਾ ਸਿੱਖਿਜ਼ਮ ਜਾਂ ਜਿਹੜਾ ਸਿੱਖ ਪੰਥ ਆ ਉਹ ਕਮਿਊਨਿਟੇਰੀਅਨ ਨੈਸ਼ਨਲਿਜ਼ਮ ਦੀ ਗੱਲ ਕਰ ਰਿਹਾ, ਹੋਮੋਜੀਨਸ ਨੈਸ਼ਨਲਿਜ਼ਮ ਦੀ ਗੱਲ ਮੈਨੂੰ ਇਹ ਲੱਗਦਾ ਨਹੀਂ ਕਰ ਰਿਹਾ। ਸਾਨੂੰ ਇਹ ਜਿਹੜੀ ਪਰਿਭਾਸ਼ਾ ਜਿਹੜੀ ਕੌਮ ਦੀ, ਇਹ ਬਦਲਣ ਦੀ ਲੋੜ ਹੈ। ਅਗਲੀ ਚੀਜ਼ ਆ ਜੀ ਟੈਰੀਟਰੀ।
ਸਿੱਖਾਂ ਦੇ ਵਿੱਚ ਟੈਰੀਟਰੀ ਦਾ ਕਨਸੈਪਟ ਹਰੇਕ ਧਰਮ 'ਚ ਹੁੰਦਾ। ਇੱਥੇ ਤਾਂ ਜ਼ਿਆਦਾ ਹੈ ਕਿਉਂਕਿ ਸਿੱਖ ਮਾਈਨੋਰਿਟੀ 'ਚ ਨੇ। ਇੱਕ ਪਰਟੀਕੂਲਰ ਟੈਰੀਟਰੀ ਦੇ ਵਿੱਚ, ਇੱਕ ਖਾਸ ਖਿੱਤੇ ਦੇ ਵਿੱਚ ਸਿੱਖ ਮਾਈਨੋਰਿਟੀ ਦੇ ਵਿੱਚ ਨੇ। ਤਾਂ ਉਹਦੇ ਵਿੱਚ ਕੀ ਹੁੰਦਾ, ਇੱਕ ਨਾ ਐਕਸਕਲੂਜ਼ਨ ਦੀ, ਇੱਕ ਇਨਸਿਕਿਉਰਿਟੀ ਦੀ, ਅਸੁਰੱਖਿਆ ਦੀ ਭਾਵਨਾ ਦੇ ਵਿੱਚੋਂ ਟੈਰੀਟਰੀ ਦੀ ਭਾਵਨਾ ਪ੍ਰਬਲ ਹੋ ਜਾਏਗੀ। ਜਿਹੜਾ ਪਹਿਲਾਂ ਹੀ ਮੈਜੋਰਿਟੀ 'ਚ ਹੈ, ਗਿਣਤੀ 'ਚ, ਉਹਦੀ ਇਹ ਪ੍ਰਬਲ ਨਹੀਂ ਹੋਏਗੀ, ਉਹ 'ਚ ਅਸੁਰੱਖਿਆ ਨਹੀਂ ਹੋਏਗੀ। ਤਾਂ ਟੈਰੀਟਰੀ ਦਾ ਸੰਕਲਪ, ਜੇ ਇਹ ਕਿਹਾ ਜਾਏ ਕਿ ਸਿੱਖ ਟੈਰੀਟਰੀ ਦੀ ਗੱਲ ਕਰਦੇ ਆ, ਨਹੀਂ, ਟੈਰੀਟਰੀ ਦੀ ਗੱਲ ਸਾਰੇ ਧਰਮਾਂ ਦੇ ਵਿੱਚ ਹੁੰਦੀ ਹੈ। ਮੈਂ ਇਸ ਗੱਲ ਦੇ ਲਈ ਬਹਿਸ ਲਈ ਤਿਆਰ ਹਾਂ, ਸਾਰੇ ਧਰਮਾਂ 'ਚ ਹੁੰਦੀ ਹੈ। ਪਰ ਸਾਡਾ ਟੈਰੀਟਰੀ ਦਾ ਕਨਸੈਪਟ ਇਹ ਨਹੀਂ ਹੈ ਕਿ ਸਾਨੂੰ ਇੱਥੋਂ ਤੱਕ ਵਾਲੀ ਬਾਉਂਡਰੀ ਸਾਡੀ, ਇੱਥੇ ਅਸੀਂ ਰਹਿੰਦੇ ਹਾਂ, ਉੱਥੇ ਤੁਸੀਂ ਰਹਿੰਦੇ ਹੋ, ਇੱਥੇ ਕੋਈ ਹੋਰ ਰਹਿੰਦੇ ਨੇ। ਨਹੀਂ ਨਹੀਂ, ਇਹਦੇ ਨਾਲ ਕੀ ਹੋ ਜਾਏਗਾ? ਆਗੂ ਤਾਂ ਰਾਜ ਕਰ ਲੈਣਗੇ, ਆਪਦੀ ਰਾਜਨੀਤਿਕ ਅਭਿਲਾਸ਼ਾ ਨੂੰ ਸੰਤੁਸ਼ਟ ਕਰ ਲੈਣਗੇ। ਸਿੱਖ ਫਲਸਫੇ ਦਾ ਕੀ? ਸਿੱਖੀ ਦੇ ਪ੍ਰਚਾਰ ਤੇ ਪਸਾਰ ਦਾ ਕੀ? ਸਿੱਖ ਕੌਮ ਦੇ ਪ੍ਰਚਾਰ ਤੇ ਪਸਾਰ ਦਾ ਕੀ? ਰਾਜ ਕਰੇਗਾ ਖਾਲਸਾ, ਇਹਦੀ ਕੋਈ ਟੈਰੀਟਰੀ ਨਹੀਂ ਹੈ, ਇਹਦੀ ਕੋਈ ਬਾਉਂਡਰੀ ਨਹੀਂ ਹੈ। ਇਸ ਸੰਕਲਪ ਨੂੰ ਅਸੀਂ ਰਿਸਟ੍ਰਿਕਟਡ ਕਰਾਂਗੇ ਜੇ ਟੈਰੀਟਰੀ ਦੀ ਹੱਦਬੰਦੀ ਕਰਨ ਲੱਗ ਜਾਂਗੇ। ਤਾਂ ਕੀ ਕਰਨਾ ਚਾਹੀਦਾ? ਹੁਣ ਕੀ ਕਰਨਾ ਚਾਹੀਦਾ? ਅਗਲੀ ਜਿਹੜੀ ਬੇਨਤੀ, ਇਸੇ ਤੋਂ ਸ਼ੁਰੂ ਕਰੂੰਗਾ, ਇਸੇ ਤੋਂ ਸ਼ੁਰੂ ਕਰੂੰਗਾ। ਪ੍ਰਚਾਰ ਤੇ ਪਸਾਰ ਨੂੰ ਇਸ ਪੱਧਰ ਤੱਕ ਲੈ ਕੇ ਆਇਆ ਜਾਏ ਕਿ ਟੈਰੀਟਰੀ ਦੀ ਬਾਉਂਡਰੀ ਬੰਨਣ ਨਾਲੋਂ ਕੀ ਕੀਤਾ ਜਾਏ, ਟੈਰੀਟਰੀ ਦਾ ਪ੍ਰਚਾਰ ਤੇ ਪਸਾਰ ਕੀਤਾ ਜਾਏ। ਕਿਵੇਂ? ਆਪਦੇ ਸਿਧਾਂਤ ਦਾ, ਆਪਦੇ ਫਲਸਫੇ ਦਾ ਲੋਕਾਂ ਦੇ ਵਿੱਚ ਗਿਆਨ ਦਿੱਤਾ ਜਾਏ, ਗਿਆਨ ਦਿੱਤਾ ਜਾਏ। ਲੋਕਾਂ ਨੂੰ ਆਪਣੇ ਵਰਗੇ ਬਣਾਉਣ 'ਚ ਤੇ ਰਲ ਕੇ ਰਹਿਣ ਦੇ ਵਿੱਚ ਯਕੀਨ ਰੱਖਿਆ ਜਾਏ। ਹੁਣ ਤੁਸੀਂ ਕਹੋਗੇ ਜੀ ਫਿਰ ਰਾਜਨੀਤਿਕ ਖੁਦ ਮੁਖਤਿਆਰੀ ਕਿਵੇਂ ਹੋਏਗੀ? ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਹੈ। ਸਾਡੇ ਕੋਲੇ ਇੰਨਾ ਵੱਡਾ ਫਲਸਫਾ ਹੈ, ਇੰਨਾ ਪਵਿੱਤਰ ਫਲਸਫਾ ਹੈ, ਆਪਣੇ ਆਪ ਨੂੰ ਆਗੂ ਸਾਬਤ ਕਰੋ। ਇਕੱਲਾ ਉਹ ਸਿੱਖ ਨਾ ਹੋਏ ਜਿਹੜਾ ਸਿੱਖ ਦੇ ਘਰ ਜੰਮਿਆ ਹੈ, ਜਿਹੜਾ ਕਿਸੇ ਵੀ ਧਰਮ 'ਚ ਕਿਸੇ ਦੇ ਵੀ ਘਰ ਜੰਮਿਆ ਹੈ, ਉਹਨੂੰ ਸਿੱਖ ਬਣਾਓ, ਪ੍ਰਚਾਰ ਤੇ ਪਸਾਰ 'ਚ ਲੈ ਕੇ ਆਓ। ਜਿਹੜੇ ਹੋਰਨਾਂ ਧਰਮਾਂ, ਹੋਰਨਾਂ ਕੌਮਾਂ ਦੇ ਲੋਕ ਵੀ ਨੇ, ਉਹਨਾਂ ਨੂੰ ਲੱਗੇ ਕਿ ਜੇ ਅਗਵਾਈ ਦੇ ਸਕਦਾ ਤਾਂ ਖਾਲਸਾ ਹੀ ਦੇ ਸਕਦਾ ਹੈ, ਜੇ ਅਗਵਾਈ ਦੇ ਸਕਦਾ ਤਾਂ ਸਿੱਖ ਹੀ ਦੇ ਸਕਦਾ। ਇਹਨਾਂ ਪਵਿੱਤਰ ਬਣਾਓ, ਕੱਟ ਕੇ ਪਾਸੇ ਕਰਨ ਨਾਲੋਂ ਚੰਗਾ ਪਵਿੱਤਰ ਬਣਾਓ। ਤੇ ਹੁਣ ਤਾਂ ਕੀ ਹੈ, ਤੁਸੀਂ ਆਪਣੇ ਆਪ ਨੂੰ ਉਹ ਪਵਿੱਤਰ, ਆਪਣੇ ਆਪ ਨੂੰ ਉਹ ਸੁਯੋਗ, ਆਪਣੇ ਆਪ ਨੂੰ ਉਹ ਸੁਚਾਰੂ, ਆਪਣੇ ਆਪ ਨੂੰ ਉਹ ਚੰਗਾ ਸਾਬਤ ਕਰਨਾ। ਤੇ ਤੁਸੀਂ ਤਾਂ ਰਾਜ ਕਰੇਗਾ ਖਾਲਸਾ ਦਾ ਸੰਕਲਪ ਕੱਲਾ ਇੱਕ ਟੈਰੀਟਰੀ ਤੋਂ ਬਾਹਰ, ਇੱਕ ਦੇਸ਼ ਵਿਦੇਸ਼, ਇਹ ਸੰਕਲਪ ਇੰਨਾ ਵੱਡਾ ਹੈ ਕਿ ਦੁਨੀਆ ਛੋਟੀ ਹੈ ਇਸ ਸੰਕਲਪ ਦੇ ਮੁਕਾਬਲੇ। ਖਾਲਸਾ ਜੀ ਕਾ ਬੋਲਬਾਲਾ ਇਹ ਕਿਸੇ ਖਿੱਤੇ ਲਈ ਨਹੀਂ ਹੈ, ਕਿਸੇ ਬਾਉਂਡਰੀ ਲਈ ਨਹੀਂ ਹੈ। ਜਿੱਥੇ ਵੀ ਕਿਤੇ ਲੋਕ ਇਸ ਸਿਧਾਂਤ, ਇਹਨਾਂ ਸੰਸਥਾਵਾਂ ਨਾਲ ਪਵਿੱਤਰ ਹੋ ਜਾਣਗੇ, ਖਾਲਸ ਹੋ ਜਾਣਗੇ, ਖਾਲਸਾ ਜੀ ਕਾ ਬੋਲਬਾਲਾ ਉੱਥੇ ਸਾਰਿਆਂ ਲਈ ਹੈ। ਮੈਥੋਡੋਲੋਜੀ ਕੀ ਹੋਏ, ਮੈਥੋਡੋਲੋਜੀ ਕੀ ਹੋਏ? ਇੱਥੇ ਵੀ ਇੱਕ ਦਵੰਦ ਹੈ। ਦਵੰਦ ਕੀ ਹੈ? ਇੱਕ ਤਾਂ ਹੈ ਮੈਥੋਡੋਲੋਜੀ, ਮੈਥੋਡੋਲੋਜੀ ਆਫ ਪੀਸ ਐਂਡ ਸੈਕਰੀਫਾਈਸ, ਸ਼ਾਂਤੀ ਤੇ ਕੁਰਬਾਨੀ। ਇੱਕ ਕੀ ਹੈ ਜੀ? ਵਾਇਲੈਂਸ ਐਂਡ ਟੈਰਰ। ਫੈਸੀਨੇਟ ਕਿਹੜੀ ਕਰਦੀ ਹੈ ਭਲਾ ਮਨੁੱਖ ਦੇ ਸੁਭਾਅ ਨੂੰ? ਵਾਇਲੈਂਸ, ਟੈਰਰ। ਮੈਨੂੰ ਇਹ ਕਹਿਣ ਵਿੱਚ ਵੀ ਕੋਈ ਸੰਕੋਚ ਨਹੀਂ ਹੈ, ਸਿੱਖ ਪੰਥ ਦੇ ਵਿੱਚ ਕਿਸੇ ਜਾਇਜ਼ ਉਦੇਸ਼ ਦੀ ਪ੍ਰਾਪਤੀ ਦੇ ਲਈ ਤਲਵਾਰ ਦੀ ਵਰਤੋਂ, ਜ਼ੁਲਮ ਦੇ ਖਾਤਮੇ ਦੇ ਲਈ ਤਲਵਾਰ ਦੀ ਵਰਤੋਂ ਸਯੋਗ ਮੰਨੀ ਗਈ ਹੈ, ਸਗੋਂ ਜ਼ਰੂਰੀ ਮੰਨੀ ਗਈ ਹੈ। ਉਸ ਹਾਲਾਤ ਦੇ ਵਿੱਚ ਤਲਵਾਰ ਨਾ ਚੁੱਕਣਾ ਨਾ ਇਨਸਾਫੀ ਹੈ। ਪਰ ਇਹਦੇ ਬਾਵਜੂਦ ਵੀ 9ਵੀਂ ਪਾਤਸ਼ਾਹੀ, ਸਿੱਖਾਂ ਦੀ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ, ਨਾਮ ਦੇ ਵਿੱਚ ਹੀ ਤੇਗ ਤੇ ਬਹਾਦਰ ਆ। ਤੇ ਤੇਗ ਉਹਨਾਂ ਨੇ, ਜੇ ਤੁਸੀਂ ਇਤਿਹਾਸ ਪੜ੍ਹਿਆ ਹੋਵੇ, ਜਿੰਨਾ ਕੁ ਮੈਂ ਪੜ੍ਹਿਆ ਲਿਮਟਡ ਜਿਹਾ, ਤੇਗ ਉਹਨਾਂ ਨੇ ਵੀ ਚਲਾਈ ਤੇ ਬੜੀ ਸ਼ਾਨਦਾਰ ਚਲਾਈ ਹੈ, ਬੜੀ ਸ਼ਾਨਦਾਰ ਤੇਗ ਚਲਾਈ ਹੈ। ਪਰ ਮੈਥੋਡੋਲੋਜੀ ਕਿਹੜੀ ਮੰਨੀ ਤੇ ਕਿਹੜੀ ਦਿੱਤੀ ਸਾਨੂੰ? ਤਲਵਾਰ ਦੀ ਨਹੀਂ। ਕਿਹੜੀ? ਪੀਸ ਐਂਡ ਸੈਕਰੀਫਾਈਸ ਹੈ ਨਾ। ਕਹਿੰਦੇ ਕਿ ਉਹ ਬਾਦਸ਼ਾਹ ਕਹਿੰਦਾ ਕਿ ਤੁਸੀਂ ਪੀਰ ਹੋ ਸਿੱਖਾਂ ਦੇ, ਕੋਈ ਕਰਾਮਾਤ ਦਿਖਾਓ। ਕਹਿੰਦੇ ਲਓ, ਇਹ ਗੱਲ ਤੁਸੀਂ ਪਹਿਲਾਂ ਕਹਿਣੀ ਸੀ, ਕਰਾਮਾਤ ਦਿਖਾ ਦਿੰਦੇ ਹਾਂ। ਇੱਕ ਕਾਗਜ਼ ਲਿਆਓ, ਇੱਕ ਕਲਮ ਲਿਆਓ, ਸਾਖੀ ਜੁੜੀ ਹੋਈ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸੰਦਰਭ ਵਿੱਚ। ਕਹਿੰਦੇ ਕਾਗਜ਼ ਲਿਆਓ, ਕਲਮ ਲਿਆਓ, ਮੈਂ ਕਾਗਜ਼ ਤੇ ਕੁਛ ਲਿਖਾਂਗਾ ਕਲਮ ਨਾਲ ਤੇ ਆਪਦੇ ਗਲ ਵਿੱਚ ਪਾ ਲੂੰਗਾ, ਤੁਸੀਂ ਜਲਾਦ ਟੋਕਾ ਚਲਾਏਗਾ, ਮੇਰਾ ਸਿਰ ਨਹੀਂ ਕੱਟਿਆ ਜਾਏਗਾ। ਵਾਹ, ਕਿਆ ਕਰਾਮਾਤ ਹੈ। ਲਿਆਓ ਜੀ ਕਲਮ, ਦੇ ਦਿਓ ਕਾਗਜ਼।
ਕੁਛ ਲਿਖਿਆ, ਨੌਵੀਂ ਪਾਤਸ਼ਾਹੀ ਨੇ ਗਲੇ ਵਿੱਚ ਪਾ ਲਿਆ, ਜਲਾਦ ਨੇ ਟੋਕਾ ਚਲਾਇਆ, ਨੌਵੀਂ ਪਾਤਸ਼ਾਹੀ ਜੀ ਦਾ ਜਿਹੜਾ ਸੀਸ ਸੀ ਉਹ ਸਰੀਰ ਤੋਂ ਅਲੱਗ ਹੋ ਗਿਆ। ਬਾਦਸ਼ਾਹ ਸਲਾਮਤ ਕਹਿੰਦਾ ਦੇਖੋ ਕਰਾਮਾਤ ਦਿਖਾਉਣ ਲੱਗੇ ਸੀ, ਦੇਖੋ ਪਰਚੀ 'ਚ ਕੀ ਹੈ, ਪਰਚੀ ਵਿੱਚ ਕੀ ਲਿਖਿਆ ਹੋਇਆ, ਸਰ ਦਿਆ ਸਾਰ ਨਾ ਦਿਆ, ਜਾਂ ਤੈਨੂੰ ਭੇਤ ਨਹੀਂ ਦੇ ਕੇ ਚੱਲਿਆ, ਸਿਰ ਦੇ ਚੱਲਿਆ। ਮੈਂ ਇਹ ਚੀਜ਼ ਕਿਉਂ ਕਰ ਰਿਹਾ ਤੁਹਾਡੇ ਨਾਲ ਡਿਸਕਸ? ਮੈਥਡੋਲੋਜੀ ਹੋਏਗੀ ਪੀਸ ਤੇ ਸੈਕਰੀਫਾਈਸ ਦੀ। ਇਸ ਚੀਜ਼ ਦੀ ਸਮਝ, ਇਸ ਚੀਜ਼ ਦੀ ਸਮਝ ਜਿਹੜਾ ਗੁਰਦੁਆਰਾ ਸੁਧਾਰ ਅੰਦੋਲਨ ਹੈ ਉਹਨਾਂ ਨੇ ਨੌਵੀਂ ਪਾਤਸ਼ਾਹੀ ਤੋਂ ਲੈ ਲਈ ਸੀ। ਉੱਥੇ ਵੀ ਮੈਂ ਪੰਜਾਬ ਦੀ ਰਾਜਨੀਤੀ ਪੜ੍ਹਾਉਣਾ, ਮੇਰੇ ਵਿਦਿਆਰਥੀ ਇੱਥੇ, ਉਹ ਬੇਟੀ ਬੈਠੀ ਹੋਈ ਹੈ ਨਾਲ, ਉਹ ਪੂਨੀਆ ਬੈਠਾ ਹੋਇਆ, ਮੈਂ ਹੁਣੇ ਪੜ੍ਹਾ ਰਿਹਾ ਮੌਜੂਦਾ, ਜੇ ਪਿਛਲੇ ਹਫ਼ਤੇ ਪੇਪਰ ਖਤਮ ਕੀਤਾ ਸਿੱਖ ਪੋਲੀਟਿਕਸ ਦਾ, ਪੰਜਾਬ ਪੋਲੀਟਿਕਸ ਦਾ, ਜਿਹੜੀ ਕਿ ਲਾਰਜਲੀ ਸਿੱਖ ਪੋਲੀਟਿਕਸ ਆ। ਮੈਂ ਉੱਥੇ ਦੱਸ ਕੇ ਹਟਿਆ ਕਿ ਜਦੋਂ ਅਕਾਲੀ ਦਲ ਬਣਦਾ ਮੈਥਡੋਲੋਜੀ ਕੀ ਹੋਏਗੀ ਗੁਰਦੁਆਰਿਆਂ ਨੂੰ ਲਿਬਰੇਟ ਕਰਾਉਣ ਦੀ। ਉੱਥੇ ਦਵੰਦ ਆਇਆ, ਕਹਿੰਦੇ ਜੀ ਮਹੰਤ ਤਾਂ ਡਿਬੌਚਰੀ ਦੇ ਵਿੱਚ ਇਨਵੋਲਵਡ ਨੇ, ਡਿਬੌਚਰੀ ਮਤਲਬ ਭੋਗ ਵਿਲਾਸ ਦੇ ਵਿੱਚ ਇਨਵੋਲਵਡ ਨੇ, ਸਰਕਾਰਾਂ ਵਰਤ ਰਹੀਆਂ ਨੇ ਮਹੰਤਾਂ ਨੂੰ ਤੇ ਗੁਰਦੁਆਰਿਆਂ ਨੂੰ, ਗੁਰਦੁਆਰਿਆਂ ਦੇ ਖਜ਼ਾਨਿਆਂ ਨੂੰ ਲੜਿਆ ਜਾਏ। ਉੱਥੇ ਫੈਸਲਾ ਹੋਇਆ ਕਿ ਨਹੀਂ, ਪੀਸ ਐਂਡ ਸੈਕਰੀਫਾਈਸ। ਕਿਉਂ ਭਲਾ? ਪੀਸ ਤੇ ਸੈਕਰੀਫਾਈਸ ਦਾ ਮੈਸੇਜ ਜਿੱਥੇ ਤੁਸੀਂ ਲੜ ਰਹੇ ਹੋ ਉੱਥੋਂ ਤੱਕ ਰਿਸਟ੍ਰਿਕਟਡ ਨਹੀਂ ਰਹਿੰਦਾ, ਉਹ ਦੁਨੀਆ ਤੱਕ ਜਾਂਦਾ ਹੈ, ਦੁਨੀਆ ਤੱਕ ਜਾਂਦਾ ਹੈ। ਉਸ ਅੰਦੋਲਨ ਦੇ ਬਾਰੇ ਇੱਕ ਕਿਤਾਬ ਸੀ, ਮੈਂ ਉਹਦਾ ਟਾਈਟਲ ਭੁੱਲ ਰਿਹਾ, ਉਹ ਜਿਹੜੇ ਇੱਕ ਬਹੁਤ ਤਗੜੇ ਫਿਜ਼ਿਕਸ ਦੇ ਸਾਡੇ ਸਾਇੰਟਿਸਟ ਹੋਏ, ਸਾਨੀ ਸਾਹਿਬ, ਮੈਂ ਨਾਮ ਪੂਰਾ ਕਿਉਂ ਭੁੱਲ ਰਿਹਾ, ਪ੍ਰੋਫੈਸਰ ਰੁਚੀ ਰਾਮ ਸਾਨੀ ਜੀ, ਉਹਨਾਂ ਨੇ ਪ੍ਰੀਫੇਸ ਲਿਖਿਆ ਉਸ ਕਿਤਾਬ ਦਾ, ਜਿਹੜੀ ਕਿ ਗੁਰਦੁਆਰਾ ਸੁਧਾਰ ਅੰਦੋਲਨ ਦੇ ਉੱਪਰ ਹੈ। ਉਹ ਕਹਿੰਦੇ ਕਿ ਇੱਕ ਪਾਸੇ ਨਾਨ ਕੋਆਪਰੇਸ਼ਨ ਮੂਵਮੈਂਟ ਚੱਲ ਰਹੀ ਹੈ, ਇੱਕ ਪਾਸੇ ਗੁਰਦੁਆਰਾ ਸੁਧਾਰ ਅੰਦੋਲਨ ਚੱਲ ਰਿਹਾ ਹੈ, ਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਨਾਨ ਕੋਆਪਰੇਸ਼ਨ ਮੂਵਮੈਂਟ ਆ ਉਹ ਗੁਰਦੁਆਰਾ ਸੁਧਾਰ ਮੂਵਮੈਂਟ ਤੋਂ ਪ੍ਰਭਾਵਿਤ ਆ, ਕਿਉਂਕਿ ਉਹਦੇ ਵਿੱਚ ਕੁਛ ਅੰਸ਼ ਗੁਰਦੁਆਰਾ ਸੁਧਾਰ ਮੂਵਮੈਂਟ ਵਾਲੇ ਹੈਗੇ ਆ। ਇੰਟਰਨੈਸ਼ਨਲ ਅਖਬਾਰ, ਅੰਤਰਰਾਸ਼ਟਰੀ ਰਸਾਲੇ ਕਵਰੇਜ ਦੇ ਰਹੇ ਆ ਉਸ ਮੈਥਡੋਲੋਜੀ ਨੂੰ। ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਕੋਲੋਂ ਆਗਿਆ ਲਵਾਂਗਾ ਕਿ ਜੇ ਇੱਕ ਚੀਜ਼ ਹੋਰ, ਜਿਹੜੀ ਗੱਲ ਕਿਰਦਾਰ ਦੀ, ਇਹ ਭਾਈ ਸਾਹਿਬ ਜੀ ਨੇ ਸਿੱਖ ਦੇ ਕਿਰਦਾਰ ਦੀ, ਲੀਡਰ ਦੇ ਕਿਰਦਾਰ ਦੀ ਗੱਲ ਕੀਤੀ, ਮੈਂ ਸਿੱਖ ਦੇ ਕਿਰਦਾਰ ਦੀ ਵੀ ਗੱਲ ਕਰੂੰਗਾ। ਮੈਨੂੰ ਇਹ ਲੱਗਦਾ, ਮੈਨੂੰ ਇੱਕ ਸਵਾਲ ਕੀਤਾ, ਮੇਰੇ ਨਾਲ ਹੀ ਇੱਕ ਟੀਚਰ ਯੂਨੀਵਰਸਿਟੀ ਤੋਂ ਹੁਣ ਰਿਟਾਇਰਡ ਨੇ, ਉਹ ਪਹਿਲਾਂ ਇਲਾਹਾਬਾਦ ਰਹੇ, ਫਿਰ ਦਿੱਲੀ ਰਹੇ ਲੰਮਾ ਸਮਾਂ, ਫਿਰ ਇੱਥੇ ਪੰਜਾਬ 'ਚ ਨੌਕਰੀ ਕਰਨ ਆਏ, ਇਹ ਵਿਦਿਆਰਥੀ ਸਮਝ ਗਏ ਹੋਣਗੇ। ਉਹ ਮੈਨੂੰ ਕਹਿੰਦੇ ਕਿ ਮੈਂ ਪੰਜਾਬ ਵਿੱਚ ਆਇਆ, ਮੈਂ ਕਿਤਾਬਾਂ ਦੇ ਵਿੱਚ ਜੋ ਸਿੱਖਾਂ ਦਾ ਕਿਰਦਾਰ ਪੜ੍ਹਿਆ ਹੈ, ਖੁਸ਼ਵੰਤ ਸਿੰਘ ਨੇ ਜੋ ਸਿੱਖਾਂ ਦਾ ਕਿਰਦਾਰ ਸਿਰਜਿਆ ਹੈ, ਉਹ ਕਹਿੰਦੇ ਖੁਸ਼ਵੰਤ ਸਿੰਘ ਤਾਂ ਸਿੱਖ ਸੀ, ਮੈਨੂੰ ਲੱਗਿਆ ਪਾਰਸ਼ੀਅਲ ਹੋ ਸਕਦਾ, ਮੈਂ ਅੰਗਰੇਜ਼ਾਂ ਦਾ, ਮੈਂ ਮੁਸਲਮਾਨਾਂ ਦਾ ਵਿਖਿਆਨ ਪੜ੍ਹਿਆ, ਸਿੱਖਾਂ ਦੇ ਕਿਰਦਾਰ ਬਾਰੇ ਕਿਆ ਸਿਫਤ ਵਾਲੇ ਸ਼ਬਦ ਉਹਨਾਂ ਨੇ ਵਰਤੇ ਨੇ, ਪਰ ਉਹ ਵਾਲੀ ਸਿਫਤ, ਉਹ ਵਾਲਾ ਕਿਰਦਾਰ ਮੈਨੂੰ ਸਿੱਖਾਂ ਵਿੱਚ, ਉਹ ਸਿੱਖ ਨੇ ਖੁਦ ਮੈਨੂੰ ਪੁੱਛ ਰਹੇ, ਕਹਿੰਦੇ ਮੈਨੂੰ ਲੱਭਦਾ ਨਹੀਂ। ਮੈਂ ਇੱਕ ਇਹ ਚੀਜ਼ ਤੁਹਾਡੇ ਨਾਲ ਸਾਂਝੀ ਕਰਨੀ ਭੁੱਲ ਗਿਆ ਸੀ। ਸਿੱਖ ਰਾਜ ਦੇ ਸਮੇਂ ਤੱਕ ਜਾਂ ਮਿਸਲਾਂ ਦੇ ਸਮੇਂ ਤੱਕ ਘੱਟ ਤੋਂ ਘੱਟ ਜੋ ਸਿੱਖ ਦਾ ਨਿੱਜੀ ਕਿਰਦਾਰ ਸੀ ਤੇ ਜੋ ਸਿੱਖ ਦਾ ਕੌਮੀ ਕਿਰਦਾਰ ਸੀ, ਉਹਦੇ ਵਿੱਚ ਕੋਈ ਫਰਕ ਨਹੀਂ ਸੀ। ਅੱਜ ਹੁਣ ਕੀ ਹੈ, ਮੈਂ ਉਹਨਾਂ ਨੂੰ ਜਿਹੜਾ ਜਵਾਬ ਦਿੱਤਾ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ, ਮੈਂ ਕਿਹਾ ਜੀ ਤੁਹਾਨੂੰ ਉਹ ਲੱਭੇਗਾ ਵੀ ਨਹੀਂ ਸਿੱਖਾਂ ਵਿੱਚ ਉਹ ਕਿਰਦਾਰ। ਕਹਿੰਦੇ ਕਿਉਂ ਖਤਮ ਹੋ ਗਿਆ? ਮੈਂ ਕਿਹਾ ਨਹੀਂ ਜੀ ਹੈ। ਕਿਉਂ ਜੀ, ਫਿਰ ਹੁਣ ਕਿਉਂ ਨਹੀਂ ਲੱਭਦਾ? ਮੈਂ ਕਿਹਾ ਜੀ ਤੁਸੀਂ ਸਿੱਖਾਂ ਤੋਂ ਨਿੱਜੀ ਤੌਰ 'ਤੇ ਲੱਭ ਰਹੇ ਹੋ, ਪਰ ਜਿਹੜਾ ਕਿਰਦਾਰ ਹੈ ਉਹ ਸਿੱਖਾਂ ਦਾ ਕੌਮੀ ਕਿਰਦਾਰ ਹੈ, ਤੇ ਸਿੱਖ ਆਪਦਾ ਕੌਮੀ ਕਿਰਦਾਰ ਦਾ ਪ੍ਰਗਟਾਵਾ ਉਦੋਂ ਕਰਦਾ ਜਦੋਂ ਕੌਮ ਤੇ ਉਹਨੂੰ ਲੱਗਦਾ ਹੈ ਕਿ ਕੋਈ ਭੀੜ ਹੈ, ਕੋਈ ਭੀੜ ਕੌਮ ਤੇ ਬਣੇਗੀ। ਤੁਸੀਂ ਦੇਖ ਲਿਓ ਸਿੱਖ ਦਾ ਉਹੀ ਸਿੱਖੀ ਕਿਰਦਾਰ ਓਨਾ ਹੀ ਪ੍ਰਬਲ ਤੁਹਾਨੂੰ ਦਿਸੇਗਾ। ਤੇ ਉਹਨਾਂ ਨੇ ਜਦੋਂ ਆ ਕਿਸਾਨ ਅੰਦੋਲਨ ਹੋਇਆ ਮੈਨੂੰ ਫੋਨ ਕੀਤਾ, ਕਹਿੰਦੇ ਮੈਂ ਚੀਜ਼ਾਂ ਨਾ ਭੁੱਲਣ ਵਾਲੀਆਂ ਕਦੀ ਨਹੀਂ ਭੁੱਲਦਾ ਹੁੰਦਾ। ਮੈਨੂੰ ਤੁਸੀਂ ਗੱਲ ਕਹੀ ਸੀ ਕਿ ਸਿੱਖਾਂ ਦਾ ਕਿਰਦਾਰ ਕਮਿਊਨਿਟੀ ਕਰੈਕਟਰ ਹੈ, ਇੰਡੀਵਿਜੂਅਲ ਕਰੈਕਟਰ ਤੇ ਕਮਿਊਨਿਟੀ ਕਰੈਕਟਰ 'ਚ ਫਰਕ ਹੁੰਦਾ। ਸਿੱਖਾਂ ਦਾ ਕਮਿਊਨਿਟੀ ਕਰੈਕਟਰ ਜਦੋਂ ਉਹਨਾਂ ਦੀ ਕੋਈ ਕਮਿਊਨਿਟੀ ਕ੍ਰਾਈਸਿਸ ਬਣੇਗਾ ਉਦੋਂ ਪਰਖਿਓ। ਉਹ ਕਹਿੰਦੇ ਮੈਂ ਪਰਖ ਲਿਆ ਤੇ ਉਹੋ ਜਿਹਾ ਹੀ ਹੈ, ਪਰ ਮਾਫ਼ ਕਰਿਓ ਸਿੱਖ ਦਾ ਕਿਰਦਾਰ, ਕੌਮੀ ਕਿਰਦਾਰ ਤੇ ਨਿੱਜੀ ਕਿਰਦਾਰ ਉਹੋ ਜਿਹਾ ਹੀ ਹੋਣਾ ਚਾਹੀਦਾ ਹੈ। ਜਦੋਂ ਸਿੱਖ ਕੌਮ ਦੀ ਗੱਲ ਕਰੇ ਉਦੋਂ ਉਹ ਲੰਗਰ ਲਾਉਣ ਵਾਲਾ, ਲੋਕਾਂ ਦੇ ਲਈ ਜਾਨ ਦੇਣ ਵਾਲਾ ਬਣ ਜਾਏ, ਆਪਦੇ ਆਪ ਨੂੰ ਭੁੱਖਿਆਂ ਰੱਖ ਕੇ ਲੋਕਾਂ ਦੇ ਜਵਾਕਾਂ ਨੂੰ ਰੋਟੀ ਦੇਣ ਵਾਲਾ ਬਣ ਜਾਏ। ਪਰ ਜਦੋਂ ਉਹ ਨਿੱਜੀ ਤੌਰ ਤੇ ਹੋਏ ਤੇ ਭਰਾ ਦਾ ਚਾਰਾਂ ਮਰਲਿਆਂ ਤੋਂ ਸਿਰ ਵੱਢ ਦਏ, ਇਹ ਸਿੱਖ ਦਾ ਕਿਰਦਾਰ ਨਹੀਂ ਹੈ, ਇਹ ਸਿੱਖ ਦਾ ਕਿਰਦਾਰ ਨਹੀਂ ਹੈ। ਸਾਡਾ ਨਿੱਜੀ ਕਿਰਦਾਰ ਤੇ ਕੌਮੀ ਕਿਰਦਾਰ, ਜੇ ਸਾਡਾ
ਪਹਿਲਾਂ ਸਾਡਾ ਸੁਧਰੇਗਾ, ਫਿਰ ਅਗਵਾਈ ਵਾਲਿਆਂ ਆਗੂਆਂ ਦਾ ਸੁਧਰੇਗਾ, ਕਿਉਂਕਿ ਜਿਹੋ ਜਿਹੇ ਅਸੀਂ ਹੁੰਨੇ ਆ, ਅਸੀਂ ਲੀਡਰਸ਼ਿਪ ਉਹੀ ਚੁਣਦੇ ਹਾਂ। ਸਿੱਖਾਂ ਦਾ ਜਿਹੜਾ ਰਾਜਨੀਤਿਕ ਸੰਕਲਪ ਆ, ਬੇਨਤੀ ਏ ਉਹਨੂੰ ਕਿਸੇ ਮਰਿਆਦਾ ਦੀ ਪਰਿਭਾਸ਼ਾ 'ਚ, ਕਿਸੇ ਟੈਰੀਟਰੀ ਦੀ ਹੱਦਬੰਦੀ 'ਚ ਨਾ ਬੰਨੋ। ਇਹਨੂੰ ਦੁਨੀਆ ਦੇ ਲਈ ਇਹ ਵਰਤਾਰਾ, ਇਹ ਸਿਧਾਂਤ ਇੰਨਾ ਕੁ ਵੱਡਾ, ਇੰਨਾ ਕੁ ਪ੍ਰਬਲ, ਇੰਨਾ ਕੁ ਪਵਿੱਤਰ ਹੈ ਕਿ ਦੁਨੀਆ ਤੇ ਲੁਕਾਈ ਤੇ ਵਸੋਂ ਤੇ ਜਨਸੰਖਿਆ ਛੋਟੀਆਂ ਨੇ, ਇਹ ਸੰਕਲਪ ਵੱਡਾ ਹੈ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਤੁਹਾਡੇ ਸਾਰਿਆਂ ਤੋਂ ਆਗਿਆ ਲਊਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।